हाँ जी भाई, सत श्री अकाल सारिਆਂ ਨੂੰ। गुड मॉर्निंग एवरीबडी। सो आप अपनी क्लास ਜਿਹੜੀ ਹੈਗੀ ਅੱਜ ਸਟਾਰਟ ਕਰਨ ਲੱਗੇ ਆ। ਬਹੁਤ ਇੰਪੋਰਟੈਂਟ ਕਲਾਸ ਹੈ, ਬਹੁਤ ਇੰਪੋਰਟੈਂਟ ਕਲਾਸ ਹੈ ਜਿਹੜੀ ਸਾਡੀ ਪੋਲੀਟੀਕਲ ਸਾਇੰਸ ਹੈ ਉਹਦੀ ਇੰਟਰੋਡਕਸ਼ਨ ਕਲਾਸ ਹੈ। ਜਿਹੜਾ ਅੱਜ ਵਾਲੀ ਕਲਾਸ ਸਮਝ ਗਿਆ ਮਤਲਬ ਉਹ ਪੋਲਿਟੀ ਦਾ 70 ਤੋਂ 80% ਹਿੱਸਾ ਜਿਹੜਾ ਉਹ ਸਮਝ ਗਿਆ। ਸੋ ਅੱਜ ਵਾਲੀ ਕਲਾਸ ਦੇ ਵਿੱਚ ਬਹੁਤੀ ਚੈਟ ਨਹੀਂ ਕਰਨੀ। ਮਾਰਨਿੰਗ 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 एवरीबडी। ਸਭ ਨੂੰ ਕਹੋ ਵੈਰੀ ਸੂਨ ਜਿਹੜਾ ਤੁਹਾਡਾ ਹੈਗਾ ਕਲਾਸ ਜੁਆਇਨ ਕਰ ਲਓ। ਸਾਰੇ ਬੱਚੇ ਜਲਦੀ ਜਲਦੀ ਕਲਾਸ ਜਿਹੜੀ ਹੈਗੀ ਉਹ ਜੁਆਇਨ ਕਰ ਲਓ ਤੇ ਅੱਜ ਦੀ ਕਲਾਸ ਕਾਫੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ। ਹਾਂਜੀ, ਸੋ ਆਪਣੀ ਜੀਓਗ੍ਰਾਫੀ ਕੰਪਲੀਟ ਹੋਗੀ। ਕਾਫੀ ਬੱਚਿਆਂ ਦੀ ਅੱਜ ਫਸਟ ਕਲਾਸ ਵੀ ਹੋਊਗੀ ਕਿਉਂਕਿ ਡੇ ਬਾਈ ਡੇ ਤੁਸੀਂ ਬਹੁਤ ਜ਼ਿਆਦਾ ਇਨਰੋਲਿੰਗ ਜਿਹੜੀ ਹੈਗੀ ਆਪਣੇ ਕੋਰਸ ਦੇ ਵਿੱਚ ਇਨਰੋਲਮੈਂਟ ਲੈ ਰਹੇ ਹੋਗੇ। ਸੋ ਜੇ ਆਪਾਂ ਗੱਲ ਕਰੀਏ ਤਾਂ ਜੀਓਗ੍ਰਾਫੀ ਦੇ ਤੁਹਾਨੂੰ ਕੰਪਲੀਟ ਲੈਕਚਰਸ ਮਿਲ ਜਾਣਗੇ। ਸਾਰਾ ਡੇਟਾ ਤੁਹਾਡੀ ਐਪ ਦੇ ਵਿੱਚ ਵੀ ਪਾ ਦਿੱਤਾ ਗਿਆ ਔਰ ਸਪੈਸੀਫਿਕਲੀ ਤੁਹਾਨੂੰ ਨਾਲ ਪੀਡੀਐਫਸ ਵੀ ਦੇ ਦਿੱਤੇ ਗਏ ਨੇਗੇ। ਬਾਕੀ ਮੈਂ WhatsApp ਗਰੁੱਪ ਦੇ ਵਿੱਚ ਅਗੇਨ ਪੀਡੀਐਫਸ ਵਗੈਰਾ ਸੈਂਡ ਕਰ ਦੂੰਗੀ। ਅਸੀਂ ਜਦੋਂ ਪੋਲਿਟੀ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੀ ਗੱਲ ਤਾਂ ਪੋਲਿਟੀ ਬਹੁਤ ਹੀ ਇੰਟਰਸਟਿੰਗ ਸਬਜੈਕਟ ਹੈ। ਇੰਟਰਸਟਿੰਗ ਸਬਜੈਕਟ ਕਿਉਂ ਹੈ? ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਹੁੰਦੀਆਂ ਚੀਜ਼ਾਂ ਦੇਖਦੇ ਹਾਂ। ਕੋਈ ਇਹ ਨਹੀਂ ਹੈਗਾ ਕਿ ਅਸੀਂ ਚੀਜ਼ਾਂ ਸੁਣੀਆਂ ਨਹੀਂ ਜਾਂ ਚੀਜ਼ਾਂ ਅਸੀਂ ਕਦੇ ਹੈਪਨ ਹੁੰਦੀਆਂ ਦੇਖੀਆਂ ਨਹੀਂ। ਹੁਣ ਜੀਓਗ੍ਰਾਫੀ ਦੇ ਵਿੱਚ ਜਦੋਂ ਆਪਾਂ ਚੀਜ਼ਾਂ ਪੜ੍ਹੀਆਂ ਉੱਥੇ ਕਾਫੀ ਚੀਜ਼ਾਂ ਜਿਹੀਆਂ ਸੀ ਜਿਹੜੀਆਂ ਅਸੀਂ ਹੁੰਦੀਆਂ ਦੇਖੀਆਂ ਨਹੀਂ ਸੀ ਹਨਾ। ਮਤਲਬ ਕਾਫੀ ਹੁਣ ਅਸੀਂ ਕਿਸੇ ਦੇਸ਼ 'ਚ ਨਹੀਂ ਗਏ, ਕਿਤੇ ਪਹਾੜੀਆਂ ਨਹੀਂ ਦੇਖੀਆਂ, ਕਿਤੇ ਸਮੁੰਦਰ ਨਹੀਂ ਦੇਖੇ, ਪਰ ਜਿਹੜਾ ਸਾਡਾ ਪੋਲੀਟੀਕਲ ਸਟਰਕਚਰ ਹੈ ਉਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਆਲੇ ਦੁਆਲੇ ਦੇ ਵਿੱਚ ਐਨਾਲਿਸਿਸ ਕਰ ਰਹੇ ਹਾਂ, ਦੇਖ ਰਹੇ ਹਾਂ। ਔਰ ਵੈਸੇ ਵੀ ਅਸੀਂ ਆਪਣੇ ਆਲੇ ਦੁਆਲੇ ਦੀਆਂ ਚੋਣਾਂ ਨੂੰ ਲੈ ਕੇ ਸਾਡਾ ਕੌਣ ਮੁੱਖ ਮੰਤਰੀ ਬਣਨ ਜਾ ਰਿਹਾ, ਕੌਣ MLA ਬਣਨ ਜਾ ਰਿਹਾ, ਕੌਣ ਸਾਡਾ MP ਆ, ਕਿਹਦੀ ਸਰਕਾਰ ਹੈ, ਅਸੀਂ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਾਂ। ਅਸੀਂ ਸਾਰਾ ਦਿਨ ਖਬਰਾਂ ਸੁਣਦੇ ਹਾਂ, ਆਲੇ ਦੁਆਲੇ ਦੀਆਂ ਹੈਪਨਿੰਗਸ ਸੁਣਦੇ ਹਾਂ, ਆਲੇ ਦੁਆਲੇ ਸਾਡੇ ਦੇਸ਼ ਦੇ ਵਿੱਚ ਕੀ ਚੀਜ਼ ਹੋ ਰਹੀ ਹੈ ਕੀ ਨਹੀਂ ਹੋ ਰਹੀ ਉਹ ਸੁਣਦੇ ਹਾਂ। ਇਹ ਸਾਰਾ ਸਟਰਕਚਰ ਪੋਲੀਟੀਕਲ ਹੈ। ਤਾਂ ਬੇਸਿਕਲੀ ਜਦੋਂ ਅਸੀਂ ਪੋਲ ਸਾਇੰਸ ਨੂੰ ਸਟਾਰਟ ਕਰਦੇ ਹਾਂ ਤਾਂ ਪੋਲ ਸਾਇੰਸ ਨੂੰ ਸਟਾਰਟ ਕਰਨ ਵੇਲੇ ਇੱਕ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਨੇ। ਅੱਜ ਜਸਟ ਤੁਹਾਡਾ ਇੱਕ ਇੰਟਰੋਡਕਸ਼ਨ ਲੈਕਚਰ ਰਹਿਣ ਵਾਲਾ ਹੈਗਾ। ਜਿਹੜਾ ਬੱਚਾ ਅੱਜ ਦੀ ਕਲਾਸ ਨੂੰ ਪ੍ਰੋਪਰ ਅੰਡਰਸਟੈਂਡ ਕਰ ਗਿਆ ਉਹ ਤੁਹਾਡਾ ਪ੍ਰੋਪਰ ਤਰੀਕੇ ਨਾਲ ਪੋਲੀਟੀਕਲ ਸਟਰਕਚਰ ਨੂੰ ਸਮਝ ਜੂਗਾ। ਜਦੋਂ ਅਸੀਂ ਆਪਣੀ ਕਲਾਸ ਦੇ ਵਿੱਚ ਪੋਲਿਟੀ ਪੜ੍ਹਨੀ ਹੈ, ਸਾਡੇ ਸਿਲੇਬਸ ਦੇ ਅਕੋਰਡਿੰਗਲੀ ਜਦੋਂ ਅਸੀਂ ਪੋਲਿਟੀ ਪੜ੍ਹਨੀ ਹੈ ਤਾਂ ਅਸੀਂ ਪੋਲੀਟੀਕਲ ਸਟਰਕਚਰ ਨੂੰ ਦੋ ਪੱਖ ਤੋਂ ਪੜਾਂਗੇ। ਕਿਹੜੇ ਦੋ ਪੱਖ ਹੋਣਗੇ? ਜਦੋਂ ਅਸੀਂ ਸਿਵਿਕਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੋਲਿਟੀ ਦੀ ਗੱਲ ਕਰਦੇ ਹਾਂ ਤਾਂ ਪੋਲਿਟੀ ਦੇ ਦੋ ਸਟਰਕਚਰ ਆਪਾਂ ਸਟੱਡੀ ਕਰਨੇ ਨੇ, ਦੋ ਸਟਰਕਚਰ ਆਪਾਂ ਪੜ੍ਹਨੇ ਨੇ। ਇੱਕ ਤਾਂ ਆਪਾਂ ਪੋਲਿਟੀ ਦਾ ਸਰਕਾਰ ਵਾਲਾ ਸਟਰਕਚਰ ਪੜ੍ਹਨਾ ਹੈਗਾ, ਗਵਰਨਮੈਂਟ ਸਟਰਕਚਰ ਪੜ੍ਹਨਾ ਹੈਗਾ, ਕਿਉਂਕਿ ਕਿਸੇ ਵੀ ਦੇਸ਼ ਨੂੰ ਚਲਾਉਣ ਵਾਸਤੇ ਇੱਕ ਪ੍ਰੋਪਰ ਗਵਰਨਮੈਂਟ, ਪ੍ਰੋਪਰ ਇੱਕ ਸਟਰਕਚਰ ਚਾਹੀਦਾ ਜਿਹਨੂੰ ਤੁਸੀਂ ਸਰਕਾਰਾਂ ਕਹਿ ਦਿੰਦੇ ਹੋਗੇ, ਠੀਕ ਹੈ। ਦੂਸਰੀ ਸਾਈਡ ਆਪਾਂ ਆਪਣੀ ਪੋਲੀਟੀਕਲ ਸਾਇੰਸ ਦੇ ਵਿੱਚ ਕਿਹੜਾ ਸਟਰਕਚਰ ਪੜ੍ਹਨਾ ਹੈਗਾ? ਕਨਸਟੀਟਿਊਸ਼ਨ ਸਟਰਕਚਰ ਪੜ੍ਹਨਾ ਹੈਗਾ, ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਸੰਵਿਧਾਨ ਕਹਿ ਦਿੰਦੇ ਹੋ। ਕਨਸਟੀਟਿਊਸ਼ਨ ਸਟਰਕਚਰ ਪੜ੍ਹਨਾ ਹੈਗਾ ਆਪਾਂ ਨੇ, ਹਨਾ। ਵੈਸੇ ਤਾਂ ਜੇ ਅਜੇ ਆਪਾਂ ਨਾਰਮਲੀ ਦੇਖੀਏ ਜੋ ਵੀ ਚੀਜ਼ਾਂ ਸਾਡੇ ਆਲੇ ਦੁਆਲੇ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਉਹ ਤਾਂ ਹੀ ਹੋ ਰਹੀਆਂ ਨੇ ਜੇ ਸਾਡੇ ਸੰਵਿਧਾਨ ਦੇ ਵਿੱਚ ਲਿਖੀਆਂ ਗਈਆਂ ਨੇਗੀਆਂ। ਸੰਵਿਧਾਨ ਕੀ ਚੀਜ਼ ਹੈ ਇਹਨੂੰ ਵੀ ਆਪਾਂ 1 ਬਾਈ 1 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਟੱਡੀ ਕਰਾਂਗੇ। ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਗੱਲ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ਨ ਸੀਗੇ, ਸਾਡੇ ਦੇਸ਼ ਦੇ ਵਿੱਚ ਅੰਗਰੇਜ਼ ਸੀਗੇ, ਸਾਡੇ ਦੇਸ਼ ਦੇ ਵਿੱਚ ਗੋਰੇ ਰਾਜ ਕਰਕੇ ਗਏ ਨੇ, ਤਾਂ ਉਹਦਾ ਮਤਲਬ ਕੀ ਹੈ? ਉਹਦਾ ਭਾਵ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਬਣੇ ਹੋਏ ਕਾਨੂੰਨ ਨੂੰ ਕਿਸੇ ਬਾਹਰਲੀ ਅਥਾਰਟੀ ਵੱਲੋਂ ਬਣਾ ਕੇ ਸਾਡੇ ਦੇਸ਼ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ, ਸਾਡੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਜਾਂਦਾ ਸੀ। ਕਦੇ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਨਾ ਤਾਂ ਕੋਈ ਕਾਨੂੰਨ ਬਣਾਇਆ ਜਾਂਦਾ ਸੀ, ਨਾ ਹੀ ਸਾਡੇ ਦੇਸ਼ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਕੋਈ ਕਾਨੂੰਨ ਲਾਗੂ ਕੀਤਾ ਜਾਂਦਾ ਸੀ। ਜਿਹੜਾ ਵੀ ਕਾਨੂੰਨ ਉੱਥੋਂ ਇੰਗਲੈਂਡ ਤੋਂ ਬਣ ਕੇ ਆਉਂਦਾ ਉਹਨੂੰ ਡਾਇਰੈਕਟਲੀ ਸਾਡੇ ਦੇਸ਼ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਂਦਾ ਸੀ। ਇਹੀ ਇੱਕ ਸਟਰਕਚਰ ਹੈ, ਇਹੀ ਇੱਕ ਸੰਵਿਧਾਨ ਹੈ। ਫਿਰ ਹੌਲੀ ਹੌਲੀ ਅਸੀਂ 1947 ਦੇ ਵਿੱਚ ਜਾ ਕੇ ਆਜ਼ਾਦ ਹੁੰਦੇ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ 15 ਅਗਸਤ 1947 ਦੇ ਵਿੱਚ ਜਾ ਕੇ ਅਸੀਂ ਆਜ਼ਾਦ ਹੋਏ। ਆਜ਼ਾਦੀ ਤੋਂ ਬਾਅਦ ਸਾਡੇ ਲਈ ਇੱਕ ਬਹੁਤ ਜ਼ਿਆਦਾ ਮੁੱਖ ਚੈਲੰਜ ਸੀ ਕਿ ਭਾਰਤ ਦਾ ਸੰਵਿਧਾਨ ਅਸੀਂ ਖੁਦ ਬਣਾਵਾਂਗੇ। ਅਸੀਂ ਕਿਸੇ ਗੁਲਾਮੀ ਤੇ ਆਜ਼ਾਦੀ ਦੇ ਵਿੱਚ ਇੱਕੋ ਦਾਇਰੇ ਦਾ ਫਰਕ ਹੈ, ਗੁਲਾਮੀ ਤੇ ਆਜ਼ਾਦੀ ਦੇ ਵਿੱਚ ਇੱਕੋ ਲਾਈਨ ਦਾ ਫਰਕ ਹੈ। ਗੁਲਾਮੀ ਉਹ ਹੈ ਜਦੋਂ ਤੁਹਾਨੂੰ ਸਾਰਾ ਕੁਝ ਕਰਨਾ ਪਵੇ ਜਿਹੜਾ ਕੋਈ ਹੋਰ ਤੁਹਾਡੇ ਤੋਂ ਕਰਵਾਉਣਾ ਚਾਹੁੰਦਾ ਹੈ। ਆਜ਼ਾਦੀ ਉਹ ਹੈ ਜਦੋਂ ਤੁਸੀਂ ਉਹ ਸਾਰਾ ਕੁਝ ਕਰੋ ਜੋ ਤੁਸੀਂ ਖੁਦ ਕਰਨਾ ਚਾਹੁੰਦੇ ਹੋ। ਜੇ ਅਸੀਂ ਕਿਹਾ ਸਾਡੇ ਭਾਰਤ ਦੇਸ਼ ਦੇ ਵਿੱਚ ਅਸੀਂ ਗੁਲਾਮ ਰਹੇ ਹਾਂ ਤਾਂ ਉਸ ਗੁਲਾਮੀ ਤੋਂ ਭਾਵ ਇੱਕੋ ਹੈ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਜਿਹੜਾ ਬਣਾ ਕੇ ਅਪਲਾਈ ਕੀਤਾ ਜਾਂਦਾ ਸੀ ਉਹ ਇੰਗਲੈਂਡ ਤੋਂ ਬਣ ਕੇ ਆਉਂਦਾ ਸੀ। ਇਹੀ ਗੁਲਾਮੀ ਸੀ। ਸਾਡੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਸੀ, ਸਾਡੇ ਦੇਸ਼ ਦੇ ਲੋਕਾਂ ਦੇ ਕਹਿ ਲਓ ਕਿ ਇਕਨੋਮੀ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਸੀ, ਸਾਡੇ ਦੇਸ਼ ਦੇ ਲੋਕਾਂ ਦੀ ਮਰਜ਼ੀ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਸੀ। ਉਹੀ ਕਾਨੂੰਨ ਇੰਗਲੈਂਡ ਤੋਂ ਬਣ ਕੇ ਆਉਂਦਾ ਸੀ ਤੇ ਉਹੀ ਕਾਨੂੰਨ ਸਾਡੇ ਦੇਸ਼ ਦੇ ਲੋਕਾਂ ਉੱਪਰ ਜ਼ਬਰਨ ਜਿਹੜਾ ਹੈ ਲਾਗੂ ਕਰ ਦਿੱਤਾ ਜਾਂਦਾ ਸੀ।
ਅੱਜ ਅਸੀਂ ਕਹਿ ਰਹੇ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਬਣਾਇਆ ਜਾਂਦਾ ਹੈ। ਜਦੋਂ ਅਸੀਂ ਕਾਨੂੰਨ ਬਣਾਉਣ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਕੀ ਕਹਿ ਦਿੰਨੇ ਆ? ਸੰਵਿਧਾਨ ਕਹਿ ਦਿੰਨੇ ਆ। ਠੀਕ ਹੈ ਜੀ। ਠੀਕ ਹੈ ਜੀ। ਅਜੇ ਕੁਝ ਵੀ ਲਿਖਣਾ ਨਹੀਂ, ਅਜੇ ਜਸਟ ਤੁਸੀਂ ਅੰਡਰਸਟੈਂਡ ਕਰਨਾ ਹੈਗਾ। ਠੀਕ ਹੈ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਪੋਲੀਟੀਕਲ ਸਟਰਕਚਰ ਨੂੰ ਅੰਡਰਸਟੈਂਡ ਕਰਨ ਦੀ, ਅਸੀਂ ਦੇਖਿਆ ਕਿ ਅਸੀਂ ਦੋ ਤਰੀਕੇ ਨਾਲ ਆਪਣਾ ਸਟਰਕਚਰ ਨੂੰ ਸਮਝਦੇ ਹਾਂ ਤੇ ਸਮਝਣਾ ਵੀ ਪਊਗਾ। ਇੱਕ ਉਹ ਸਟਰਕਚਰ ਜਿਹੜਾ ਸਾਡੀ ਆਜ਼ਾਦੀ ਤੋਂ ਪਹਿਲਾਂ ਦਾ ਸੀ, ਇੱਕ ਉਹ ਸਟਰਕਚਰ ਜਿਹੜਾ ਸਾਡੀ ਆਜ਼ਾਦੀ ਤੋਂ ਬਾਅਦ ਦਾ ਹੈ। ਬਸ ਫਰਕ ਇੰਨਾ ਕਿ ਆਜ਼ਾਦੀ ਤੋਂ ਪਹਿਲਾਂ ਵਾਲਾ ਸਟਰਕਚਰ ਅਸੀਂ ਬਹੁਤਾ ਜ਼ਿਆਦਾ ਡੀਪ ਨਹੀਂ ਪੜ੍ਹਨਾ ਹੈਗਾ, ਅਸੀਂ ਨਾਰਮਲੀ ਐਕਟ ਪੜ੍ਹਨੇ ਨੇਗੇ। ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਨੇ ਹਕੂਮਤ ਕੀਤੀ, ਬ੍ਰਿਟਿਸ਼ਰਸ ਨੇ ਰਾਜ ਕੀਤਾ, ਕੁਛ ਨਾ ਕੁਛ ਐਕਟ ਤਾਂ ਬਣ ਕੇ ਆਉਂਦੇ ਨੇ। ਤੁਸੀਂ ਹਿਸਟਰੀ ਦੇ ਵਿੱਚ ਵੀ ਪੜ੍ਹੇ ਹੋਣਗੇ 1773 ਦਾ ਰੈਗੂਲੇਟਿੰਗ ਐਕਟ ਹੈ, ਫਿਰ ਉਸ ਤੋਂ ਬਾਅਦ ਪਿਟਸ ਇੰਡੀਆ ਐਕਟ ਹੈ, ਫਿਰ ਉਸ ਤੋਂ ਬਾਅਦ ਕਿੰਨੀ ਐਕਟ ਆਏ, 1909 ਦਾ ਐਕਟ ਆਇਆ, 1919 ਦਾ ਐਕਟ ਆਇਆ, 1935 ਦਾ ਐਕਟ ਆਇਆ। ਹਿਸਟਰੀ ਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਨੇ ਜਿਹੜੀਆਂ ਪੜ੍ਹਦੇ ਹਾਂ। ਉਸ ਤੋਂ ਬਾਅਦ ਜਿਹੜਾ ਮੇਨ ਪਾਰਟ ਹੈ, ਮੇਨ ਚੀਜ਼ ਹੈ, ਉਹ ਪੜ੍ਹਨੀ ਕਿਹੜੀ ਹੈ? ਸਾਡੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਦੇ ਸੰਵਿਧਾਨ ਦੀ ਵਿਆਖਿਆ। ਆਜ਼ਾਦੀ ਤੋਂ ਬਾਅਦ ਕਿਸ ਤਰੀਕੇ ਨਾਲ ਭਾਰਤੀ ਲੋਕਾਂ ਨੇ ਸੰਵਿਧਾਨ ਬਣਾਇਆ, ਕਿਸ ਤਰੀਕੇ ਨਾਲ ਅਸੀਂ ਅੰਗਰੇਜ਼ਾਂ ਤੋਂ ਸੰਵਿਧਾਨ ਬਣਾਉਣ ਦੀ ਪਰਮਿਸ਼ਨ ਲਈ, ਕਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ, ਕਿਸ ਤਰੀਕੇ ਨਾਲ ਸਾਡੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਕੀ ਬਣਾ ਕੇ ਦਿੱਤਾ? ਸਰਕਾਰ ਦਾ ਢਾਂਚਾ ਬਣਾ ਕੇ ਦਿੱਤਾ, ਸਟਰਕਚਰ ਬਣਾ ਕੇ ਦਿੱਤਾ। ਅਸੀਂ ਜਦੋਂ ਪੋਲੀਟੀਕਲ ਸਾਇੰਸ ਪੜਾਂਗੇ ਤਾਂ ਦੋ ਸਟਰਕਚਰ, ਦੋ ਪੱਖ ਤੋਂ ਪੜਾਂਗੇ। ਇੱਕ ਅਸੀਂ ਸੰਵਿਧਾਨ ਬਣਿਆ ਕਿਵੇਂ, ਉਹ ਸਾਰਾ ਸਫ਼ਰ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਸੀ, ਜਿਹਦੇ ਵਿੱਚ ਸੰਵਿਧਾਨ ਬਣਨ ਦੀ ਪ੍ਰਕਿਰਿਆ ਆਜ਼ਾਦੀ ਤੋਂ ਪਹਿਲਾਂ ਦੀ ਅਤੇ ਆਜ਼ਾਦੀ ਤੋਂ ਬਾਅਦ ਦੋਵਾਂ ਦੀ ਹੀ ਪੜਾਂਗੇ। ਜਿਹਦੇ ਵਿੱਚ ਸਾਡੇ ਕੀ ਆ ਜਾਂਦੇ ਨੇ? ਮੁੱਖ ਤੌਰ ਤੇ ਐਕਟ ਆ ਜਾਂਦੇ ਨੇ। ਐਕਟ ਉਹ ਨੇ ਜਿਹੜੇ ਬ੍ਰਿਟਿਸ਼ਰਸ ਵੱਲੋਂ ਬਣਾ ਕੇ ਸਾਡੇ ਤੇ ਅਪਲਾਈ ਕੀਤੇ ਗਏ ਸੀ। ਉਸ ਤੋਂ ਬਾਅਦ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਸਾਡਾ ਕੀ ਆ ਜਾਂਦਾ ਹੈ? ਸੰਵਿਧਾਨਿਕ ਸਭਾ ਆ ਜਾਂਦੀ ਹੈ। ਉਸ ਤੋਂ ਬਾਅਦ ਕੀ ਆ ਜਾਂਦੀ ਹੈ? ਸਾਡੀ ਸੰਵਿਧਾਨਿਕ ਸਭਾ, ਜਿਹਨੂੰ ਅਸੀਂ ਕੀ ਬੋਲ ਦਿੰਨੇ ਆ? ਕੌਨਸਟੀਟਿਊਸ਼ਨਲ ਅਸੈਂਬਲੀ ਬੋਲ ਦਿੰਨੇ ਆ। ਇਹਦੇ ਬਾਰੇ ਦੇ ਵਿੱਚ ਆਪਾਂ ਬੇਸਿਕ ਸਟੱਡੀ ਕਰਾਂਗੇ, ਐਕਟ ਪੜਾਂਗੇ ਪਲੱਸ ਆਪਾਂ ਸੰਵਿਧਾਨਿਕ ਸਭਾ ਬਾਰੇ ਦੇ ਵਿੱਚ ਪੜਾਂਗੇ। ਸੰਵਿਧਾਨਿਕ ਸਭਾ ਕੀ ਹੈ? ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਹਨੇ ਭਾਰਤ ਦੇਸ਼ ਦਾ ਸੰਵਿਧਾਨ ਬਣਾ ਕੇ ਤਿਆਰ ਕੀਤਾ ਹੈਗਾ। ਜਿਹਨੇ ਭਾਰਤ ਦੇਸ਼ ਦਾ ਸੰਵਿਧਾਨ ਬਣਾ ਕੇ ਤਿਆਰ ਕੀਤਾ, ਉਸ ਤੋਂ ਬਾਅਦ ਉਹੀ ਸੰਵਿਧਾਨ ਆਪਾਂ ਅੱਗੇ ਜਾ ਕੇ 26 ਜਨਵਰੀ 1950 ਨੂੰ ਲਾਗੂ ਕਰਤਾ। ਉਹ ਸਫ਼ਰ ਕਿ ਕਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਐਕਟ ਬਣਾਏ, ਫਿਰ ਅਸੀਂ ਆਜ਼ਾਦ ਹੋ ਗਏ, ਸਾਨੂੰ ਸੰਵਿਧਾਨ ਬਣਾਉਣ ਦੀ ਪਰਮਿਸ਼ਨ ਮਿਲ ਗਈ, ਫਿਰ ਅਸੀਂ ਆਪਣੀ ਮਰਜ਼ੀ ਨਾਲ ਸੰਵਿਧਾਨਿਕ ਸਭਾ ਬਣਾ ਕੇ ਸਾਡੇ ਦੇਸ਼ ਦਾ ਸੰਵਿਧਾਨ ਤਿਆਰ ਕਰ ਲਿਆ। ਇਹਦੇ ਤੇ ਜਾਣ ਤੋਂ ਪਹਿਲਾਂ ਬਹੁਤ ਇੰਪੋਰਟੈਂਟ, ਇਹ ਤਾਂ ਆਪਣਾ ਸ਼ੁਰੂਆਤੀ ਪੀਰੀਅਡ ਰਹੂਗਾ, ਇੱਥੋਂ ਤਾਂ ਆਪਾਂ ਆਪਣੇ ਪੋਲੀਟੀਕਲ ਸਾਇੰਸ ਦੀ ਸ਼ੁਰੂਆਤ ਕਰਾਂਗੇ। ਹੁਣ ਜੇ ਆਪਾਂ ਇਹਦਾ ਦੂਸਰਾ ਪੱਖ ਦੇਖੀਏ, ਗਵਰਨਮੈਂਟ ਸਟਰਕਚਰ ਦੇਖੀਏ, ਇਹਨੂੰ ਅੱਜ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਸਮਝਣਾ ਹੈਗਾ, ਤਾਂ ਕਿ ਤੁਹਾਨੂੰ ਪਤਾ ਹੋਵੇ ਜਦੋਂ ਤੁਸੀਂ ਕਿਸੇ ਵੀ ਸਬਜੈਕਟ ਨੂੰ ਸ਼ੁਰੂ ਕਰਦੇ ਹੋ ਨਾ, ਤਾਂ ਤੁਹਾਨੂੰ ਇਹ ਜ਼ਰੂਰ ਪਤਾ ਹੋਵੇ ਕਿ ਸਬਜੈਕਟ ਦੀ ਬਰੀਕੀ ਕੀ ਹੈ ਤੇ ਸਬਜੈਕਟ ਕਿਹਦੇ ਬਾਰੇ ਕਹਿ ਰਿਹਾ ਹੈਗਾ। ਹਰ ਕਲਾਸ ਦੇ ਵਿੱਚ ਇੱਕ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਵੀ ਅੱਛਾ ਇਹ ਵੀ ਹੁੰਦਾ। ਉਸ ਤੋਂ ਬੈਟਰ ਹੈ ਕਿ ਆਪਾਂ ਆਪਣੀ ਕਲਾਸ ਦੇ ਵਿੱਚ ਪਹਿਲਾਂ ਓਵਰਆਲ ਸਿਨਾਰੀਓ ਸਟੱਡੀ ਕਰੀਏ ਕਿ ਕਿਸ ਤਰੀਕੇ ਦੇ ਨਾਲ ਆਪਾਂ ਪੋਲੀਟੀਕਲ ਸਟਰਕਚਰ ਨੂੰ ਸਟੱਡੀ ਕਰਾਂਗੇ। ਆਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ। ਸੰਵਿਧਾਨ ਸਾਰਾ ਕੁਝ ਹੀ ਸੰਵਿਧਾਨ ਹੈ। ਜੇ ਆਪਾਂ ਨਾਰਮਲ ਦੇਖੀਏ ਤਾਂ ਸਰਕਾਰਾਂ ਵੀ ਤਾਂ ਹੀ ਬਣਦੀਆਂ ਨੇ ਜੇ ਸਾਨੂੰ ਕੌਣ ਅਲਾਉ ਕਰ ਰਿਹਾ ਹੈ? ਸੰਵਿਧਾਨ ਅਲਾਉ ਕਰ ਰਿਹਾ ਹੈ। ਜੇ ਸੰਵਿਧਾਨ 'ਚ ਲਿਖਿਆ ਕਿ ਭਾਰਤ 'ਚ ਪ੍ਰਧਾਨ ਮੰਤਰੀ ਹੋਵੇਗਾ ਫੇਰ ਹੀ ਪ੍ਰਧਾਨ ਮੰਤਰੀ ਹੈ। ਜੇ ਸੰਵਿਧਾਨ 'ਚ ਲਿਖਿਆ ਕਿ ਭਾਰਤ ਦੇ ਵਿੱਚ ਰਾਜਾਂ ਦੇ ਵਿੱਚ ਮੁੱਖ ਮੰਤਰੀ ਹੋਵੇਗਾ ਫੇਰ ਹੀ ਮੁੱਖ ਮੰਤਰੀ ਹੈ। ਜੇ ਸੰਵਿਧਾਨ 'ਚ ਲਿਖਿਆ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ, ਤਾਂ ਹੀ ਉਹ ਚੀਜ਼ਾਂ ਨੇ ਜਿਹੜੀਆਂ ਉਹ ਕਿਹੜੇ ਰੂਪ 'ਚ ਕੰਮ ਕਰ ਰਹੀਆਂ ਨੇ? ਸਰਕਾਰਾਂ ਦੇ ਰੂਪ ਦੇ ਵਿੱਚ ਕੰਮ ਕਰ ਰਹੀਆਂ ਨੇ। ਵੈਸੇ ਤਾਂ ਜੇ ਅਸੀਂ ਓਵਰਆਲ ਸਟਰਕਚਰ ਦੇਖੀਏ ਸਾਡੇ ਦੇਸ਼ ਦੇ ਵਿੱਚ ਉਹੀ ਚੀਜ਼ ਹੁੰਦੀ ਆ ਪੋਲੀਟੀਕਲੀ ਜਿਹਨੂੰ ਕੌਣ ਅਲਾਉ ਕਰਦਾ? ਸਾਡਾ ਸੰਵਿਧਾਨ, ਸਾਡਾ ਕਨਸਟੀਟਿਊਸ਼ਨ ਅਲਾਉ ਕਰਦਾ। ਜਿਹੜੀਆਂ ਚੀਜ਼ਾਂ ਸਾਡੇ ਸੰਵਿਧਾਨ 'ਚ ਨਹੀਂ ਲਿਖੀਆਂ ਜਾਂਦੀਆਂ ਉਹ ਚੀਜ਼ਾਂ ਸਾਡੇ ਸੰਵਿਧਾਨ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਹੁੰਦੀਆਂ ਵੀ ਨਹੀਂ। ਠੀਕ ਹੈ ਜੀ। ਸੋ ਜਦੋਂ ਅਸੀਂ ਆਪਣੇ ਸਰਕਾਰਾਂ ਦਾ ਸਟਰਕਚਰ ਪੜ੍ਹਦੇ ਹਾਂ, ਬੜਾ ਧਿਆਨ ਨਾਲ ਚੀਜ਼ਾਂ ਸੁਣਨੀਆਂ ਨੇ, ਬੜਾ ਇੰਪੋਰਟੈਂਟ ਚੀਜ਼ਾਂ ਸੁਣਨੀਆਂ ਨੇ। ਠੀਕ ਹੈ। ਚੈਟ ਬਾਕਸ ਮੇਰੇ ਵੱਲੋਂ ਅੱਜ ਬਿਲਕੁਲ ਕਲੋਜ਼ ਹੈਗਾ। ਠੀਕ ਹੈ ਜੀ। ਚੈਟ ਬਾਕਸ ਦੇ ਵਿੱਚ ਤੁਸੀਂ ਕੋਈ ਚੈਟ ਨਹੀਂ ਕਰੋਗੇ। ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਮਾਰਨਿੰਗ ਐਵਰੀਬਡੀ। ਜੁਆਇਨ ਕਰ ਲਿਆ ਕਰੋ, ਲਗਭਗ 9 ਵਜੇ ਤੁਹਾਡੀ ਕਲਾਸ ਸਟਾਰਟ ਹੋ ਜਾਂਦੀ ਹੈ। ਉੱਥੇ ਮੈਂ ਆਉਂਗੀ ਨਹੀਂ ਚੈਟ ਬਾਕਸ ਅੱਜ ਪੜ੍ਹਨ। ਠੀਕ ਹੈ। ਜੇ ਅਸੀਂ ਗੱਲ ਕਰੀਏ ਤਾਂ ਸਾਡੇ ਗਵਰਨਮੈਂਟ ਸਟਰਕਚਰ ਕੀ ਹੈ, ਭਾਰਤ ਦੀਆਂ ਸਰਕਾਰਾਂ ਦਾ ਮੂਲ ਕੀ ਹੈ, ਇਹ ਚੀਜ਼ ਧਿਆਨ ਨਾਲ ਸੁਣਨਾ ਹੈਗਾ। ਸਾਡੇ ਓਵਰਆਲ ਪੂਰੇ ਦੇ ਪੂਰੇ ਵਰਲਡ ਦੇ ਵਿੱਚ ਜਿਹੜਾ ਵੀ ਗਵਰਨਮੈਂਟ ਸਟਰਕਚਰ ਹੈ ਦੋ ਤਰੀਕੇ ਨਾਲ ਚਲਾਇਆ ਜਾਂਦਾ। ਧਿਆਨ ਨਾਲ ਸਮਝਦੇ ਜਾਓਗੇ। ਪੂਰੀ ਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਗਵਰਨਮੈਂਟ ਸਟਰਕਚਰ ਹੈ ਉਹ ਦੋ ਤਰੀਕੇ ਨਾਲ ਚਲਾਇਆ ਜਾਂਦਾ ਹੈਗਾ। ਕਿਹੜਾ ਕਿਹੜਾ ਤਰੀਕਾ ਹੈ? ਇੱਕ ਹੁੰਦਾ ਯੂਨਿਟਰੀ,
ਇੱਕ ਕਿਹੜਾ ਤਰੀਕਾ ਹੁੰਦਾ ਹੈ ਯੂਨਿਟਰੀ, ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ ਇਕਾਤਮਕ ਸਰਕਾਰ ਕਹਿ ਦਿੰਦੇ ਹੋ। ਯੂਨਿਟਰੀ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ ਇਕਾਤਮਕ ਸਰਕਾਰ ਕਹਿ ਦਿੰਦੇ ਹੋ। ਦੂਸਰਾ ਤਰੀਕਾ ਕੀ ਹੈ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ ਨੂੰ ਸਰਕਾਰਾਂ ਨੂੰ ਚਲਾਉਣ ਦਾ? ਦੂਸਰਾ ਤਰੀਕਾ ਹੈਗਾ ਜੀ ਫੈਡਰਲ। ਦੂਸਰਾ ਤਰੀਕਾ ਸਰਕਾਰਾਂ ਨੂੰ ਚਲਾਉਣ ਦਾ ਕਿਹੜਾ ਹੈਗਾ? ਫੈਡਰਲ ਸਟਰਕਚਰ ਹੈ, ਜਿਹਨੂੰ ਤੁਸੀਂ ਸੰਘੀ ਢਾਂਚਾ ਕਹਿ ਦਿੰਦੇ ਹੋ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਫੈਡਰਲ ਵੀ ਲਿਖਿਆ ਜਾਂਦਾ ਹੈ ਔਰ ਪੰਜਾਬੀ ਦੇ ਵਿੱਚ ਸੰਘੀ ਪ੍ਰਣਾਲੀ ਵੀ ਲਿਖਿਆ ਜਾਂਦਾ ਹੈਗਾ। ਜਿੰਨੇ ਵੀ ਕੰਟਰੀਜ਼ ਨੇ, ਜਿੰਨੇ ਵੀ ਤੁਸੀਂ ਦੇਸ਼ਾਂ ਦੇ ਨਾਂ ਜਾਣਦੇ ਹੋ, ਜਾਂ ਤਾਂ ਉੱਥੇ ਇਕਾਤਮਕ ਟਾਈਪ ਦਾ ਢਾਂਚਾ ਹੈ ਤੇ ਜਾਂ ਉੱਥੇ ਸੰਘੀ ਪ੍ਰਣਾਲੀ ਵਾਲਾ ਢਾਂਚਾ ਹੈਗਾ। ਫॉर एग्जांपल ਅਮਰੀਕਾ, ਇੰਗਲੈਂਡ, ਬ੍ਰਿਟੇਨ, ਚਾਈਨਾ, ਜਾਪਾਨ, ਫਰਾਂਸ, ਭਾਰਤ, ਪਾਕਿਸਤਾਨ, ਜਿੰਨੇ ਵੀ ਕੰਟਰੀਜ਼ ਦੇ ਨਾਮ ਤੁਸੀਂ ਜਾਣਦੇ ਹੋ, ਜਾਂ ਤਾਂ ਉਹ ਇਕਾਤਮਕ ਵਾਲੇ ਨੇ ਤੇ ਜਾਂ ਉਹ ਕਿਹੜੇ ਨੇ? ਫੈਡਰਲ ਵਾਲੇ ਨੇ। ਸਾਨੂੰ ਇੱਥੇ ਇਹ ਇੰਪੋਰਟੈਂਟ ਨਹੀਂ ਕਿ ਇਕਾਤਮਕ ਵਾਲੇ ਕਿਹੜੇ ਨੇ, ਸਾਨੂੰ ਇੱਥੇ ਇਹ ਇੰਪੋਰਟੈਂਟ ਹੈ ਕਿ ਭਾਰਤ ਦੇ ਵਿੱਚ ਕਿਹੜਾ ਸਟਰਕਚਰ ਹੈ ਤੇ ਉਹ ਸਟਰਕਚਰ ਹੁੰਦਾ ਕੀ ਹੈਗਾ। ਇਹਨੂੰ ਧਿਆਨ ਨਾਲ ਦੇਖੋ। ਜਿਹੜਾ ਸ਼ਬਦ ਸਾਡੇ ਯੂਨਿਟਰੀ ਲਿਖਿਆ ਹੋਇਆ ਹੈ ਨਾ, ਯੂਨਿਟਰੀ, ਇਹ ਪਤਾ ਕਿਹੜੇ ਸ਼ਬਦ ਤੋਂ ਨਿਕਲਿਆ? ਯੂਨੀਅਨ ਸ਼ਬਦ ਤੋਂ ਨਿਕਲਿਆ। ਯੂਨਿਟਰੀ ਸ਼ਬਦ ਕਿੱਥੋਂ ਨਿਕਲਿਆ ਰਾਜੇ? ਯੂਨੀਅਨ ਸ਼ਬਦ ਤੋਂ ਨਿਕਲਿਆ। ਯੂਨੀਅਨ ਸ਼ਬਦ ਦਾ ਮਤਲਬ ਕੀ ਹੁੰਦਾ? ਸੰਘ। ਯੂਨੀਅਨ ਸ਼ਬਦ ਦਾ ਮਤਲਬ ਕੀ ਹੁੰਦਾ? ਸੰਘ। ਇਹਨੂੰ ਹੋਰ ਆਸਾਨ ਕਰਦੇ ਆ, ਜਿਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਕੀ ਕਹਿ ਦਿੰਦੇ ਹੋ? ਕੇਂਦਰ ਕਹਿ ਦਿੰਦੇ ਹੋ, ਤੇ ਆਪਾਂ ਨਾਰਮਲੀ ਬੋਲਦੇ ਹੋਏ ਇਹਨੂੰ ਕੀ ਕਹਿ ਦਿੰਦੇ ਆ? ਸੈਂਟਰ ਕਹਿ ਦਿੰਦੇ ਆ। ਆਪਾਂ ਨਹੀਂ ਕਹਿੰਦੇ ਸੈਂਟਰ ਸਰਕਾਰ ਕਿਹਦੀ ਹੈ? ਬੀਜੇਪੀ ਦੀ ਹੈ। ਸੈਂਟਰ ਦੇ ਵਿੱਚ, ਸੈਂਟਰ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਹੈ? ਮੋਦੀ ਹੈ। ਤਾਂ ਜਦੋਂ ਅਸੀਂ ਯੂਨੀਅਨ ਦੀ ਗੱਲ ਕਰਦੇ ਹਾਂ, ਸੰਘ ਦੀ ਗੱਲ ਕਰਦੇ ਹਾਂ, ਕੇਂਦਰ ਦੀ ਗੱਲ ਕਰਦੇ ਹਾਂ, ਸੈਂਟਰ ਦੀ ਗੱਲ ਕਰਦੇ ਹਾਂ, ਲਗਭਗ ਇੱਕੋ ਹੀ ਮੀਨਿੰਗ ਹੈ ਇਹਨਾਂ ਚੀਜ਼ਾਂ ਦਾ। ਜਿਹੜੇ ਦੇਸ਼ਾਂ ਦੇ ਵਿੱਚ ਇਕਾਤਮਕ ਸਰਕਾਰ ਹੋਊਗੀ, ਇਕਾਤਮਕ ਸ਼ਬਦ ਦਾ ਮਤਲਬ ਇੱਕੋ, ਇਕਾਤਮਕ, ਇੱਕੋ ਸਰਕਾਰ। ਆਪਾਂ ਆਪਣੇ ਦੇਸ਼ ਦੇ ਵਿੱਚ ਕੀ ਐਨਾਲਿਸਿਸ ਕੀਤਾ? ਦੋ ਟਾਈਪ ਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦੇ ਵਿੱਚ। ਦੋ ਟਾਈਪ ਦੀਆਂ ਕਿਵੇਂ ਨੇ? ਰਾਜ ਪੱਧਰ ਤੇ ਰਾਜ ਸਰਕਾਰਾਂ ਨੇ, ਕੇਂਦਰ ਪੱਧਰ ਤੇ ਕੇਂਦਰ ਸਰਕਾਰ। ਹੁਣ ਜੇ ਅਸੀਂ ਪ੍ਰੈਜ਼ੈਂਟ ਦੇਖੀਏ, ਪੰਜਾਬ ਦੇ ਵਿੱਚ ਕਿਹਦੀ ਸਰਕਾਰ ਹੈ? ਆਮ ਆਦਮੀ ਪਾਰਟੀ ਦੀ। ਮਤਲਬ ਸਟੇਟ ਗਵਰਨਮੈਂਟ ਅਲੱਗ ਤਰੀਕੇ ਨਾਲ ਕੰਮ ਕਰ ਰਹੀ ਹੈ। ਜੇ ਆਪਾਂ ਭਾਰਤ ਦੇ ਵਿੱਚ ਦੇਖੀਏ, ਕੇਂਦਰ ਸਰਕਾਰ ਕਿਹਦੀ? ਬੀਜੇਪੀ ਦੀ। ਮਤਲਬ ਸਾਡੇ ਤਾਂ ਦੋ ਪੱਖ ਦਾ ਢਾਂਚਾ ਕੰਮ ਕਰ ਰਿਹਾ ਹੈਗਾ। ਸਾਡੇ ਤਾਂ ਯੂਨੀਅਨ ਗਵਰਨਮੈਂਟ ਵੀ ਹੈ ਤੇ ਸਾਡੇ ਕਿਹੜੀ ਹੈ? ਸਟੇਟ ਗਵਰਨਮੈਂਟ ਵੀ ਹੈ। ਸਾਡੇ ਕੇਂਦਰ ਸਰਕਾਰ ਵੀ ਹੈ ਤੇ ਸਾਡੇ ਰਾਜ ਸਰਕਾਰ ਵੀ ਹੈ। ਪਰ ਜਦੋਂ ਅਸੀਂ ਇਕਾਤਮਕ ਦੀ ਗੱਲ ਕਰਦੇ ਹਾਂ, ਇਕਾਤਮਕ ਦੇ ਵਿੱਚ ਸਿਰਫ ਤੇ ਸਿਰਫ ਕਿਹੜੀ ਗਵਰਨਮੈਂਟ ਕੰਮ ਕਰਦੀ ਹੈ? ਯੂਨੀਅਨ ਗਵਰਨਮੈਂਟ ਕੰਮ ਕਰਦੀ ਹੈ। ਇਕਾਤਮਕ ਸਰਕਾਰ ਦੇ ਵਿੱਚ ਸਿਰਫ ਤੇ ਸਿਰਫ ਕਿਹੜੀ ਸਰਕਾਰ ਕੰਮ ਕਰਦੀ ਆ? ਯੂਨੀਅਨ ਗਵਰਨਮੈਂਟ ਕੰਮ ਕਰਦੀ ਹੈ। ਇਹਦੀ ਉਦਾਹਰਣ ਕਿੱਥੇ ਆ? ਇਹਦੀ ਉਦਾਹਰਣ ਕਿਹੜੇ ਦੇਸ਼ ਦੇ ਵਿੱਚ ਹੈ ਕਿ ਜਿੱਥੇ ਇਕਾਤਮਕ ਸ਼ਾਸਨ ਅੱਜ ਵੀ ਚੱਲ ਰਿਹਾ ਹੈ? ਦੈਟ ਇਜ਼ ਇੰਗਲੈਂਡ। ਇੰਗਲੈਂਡ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਯੂਨਿਟਰੀ ਸਿਸਟਮ ਦੀ ਐਗਜ਼ਾਮਪਲ ਹੈ, ਇਕਾਤਮਕ ਸਰਕਾਰ ਦੀ ਉਦਾਹਰਣ ਹੈ। ਹੁਣ ਕਈ ਵਾਰੀ ਬੱਚੇ ਇੱਥੇ ਇੱਕ ਚੀਜ਼ ਮਿਸਅੰਡਰਸਟੈਂਡ ਕਰਦੇ ਨੇ। ਕਿਹੜੀ ਚੀਜ਼ ਮਿਸਅੰਡਰਸਟੈਂਡ ਕਰਦੇ ਨੇ? ਕਿ ਫਿਰ ਜਿੱਥੇ ਇਕਾਤਮਕ ਹੁੰਦੀ ਆ, ਕੀ ਉੱਥੇ ਰਾਜ ਨਹੀਂ ਹੁੰਦੇ? ਕੀ ਉੱਥੇ ਸਟੇਟਸ ਨਹੀਂ ਹੁੰਦੇ? ਕੀ ਉੱਥੇ ਪ੍ਰੋਵਿੰਸਸ ਨਹੀਂ ਹੁੰਦੀਆਂ? ਕਈ ਦੇਸ਼ਾਂ ਦੇ ਵਿੱਚ ਸਟੇਟ ਨੂੰ ਪ੍ਰੋਵਿੰਸ ਕਿਹਾ ਜਾਂਦਾ ਹੈਗਾ। ਜਿਵੇਂ ਅਸੀਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਵੀ ਪ੍ਰੋਵਿੰਸਸ ਕਿਹਾ ਜਾਂਦਾ ਸੀ ਨਾ, ਰਿਆਸਤਾਂ ਕਿਹਾ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਅਸੀਂ ਰਿਆਸਤਾਂ ਨੂੰ ਰਿਪਲੇਸ ਕਰਕੇ ਕੀ ਕਰਤਾ? ਕਿਹੜਾ ਸ਼ਬਦ ਲਿਆਂਦਾ? ਸਟੇਟ ਸ਼ਬਦ ਲਿਆਂਦਾ, ਰਾਜ ਸ਼ਬਦ ਲਿਆਂਦਾ। ਹੁਣ ਇੱਥੇ ਇੱਕ ਚੀਜ਼ ਨੂੰ ਹੋਰ ਤਰੀਕੇ ਨਾਲ ਅੰਡਰਸਟੈਂਡ ਕਰਨਾ ਹੈ ਕਿ ਕੀ ਜਿੱਥੇ ਇਕਾਤਮਕ ਸ਼ਾਸਨ ਪ੍ਰਣਾਲੀ ਹੈ ਉੱਥੇ ਸਿਰਫ ਕੇਂਦਰ ਸਰਕਾਰ ਹੀ ਹੁੰਦੀ ਹੈ? ਕੀ ਉੱਥੇ ਸਿਰਫ ਕੇਂਦਰ ਸਰਕਾਰ ਹੀ ਹੁੰਦੀ ਹੈ? ਇਹ ਕਹਿਣਾ ਗਲਤ ਹੈ। ਧਿਆਨ ਨਾਲ ਸੁਣੋ ਦੁਬਾਰਾ। ਇੱਥੇ ਕੇਂਦਰ ਸਰਕਾਰ ਸਭ ਤੋਂ ਜ਼ਿਆਦਾ ਪਾਵਰਫੁਲ ਹੈ। ਸਾਰੀ ਦੀ ਸਾਰੀ ਸ਼ਕਤੀ ਕਿਹਦੇ ਕੋਲੇ ਹੈ? ਯੂਨੀਅਨ ਗਵਰਨਮੈਂਟ ਕੋਲੇ ਹੈ। ਜਿੱਥੇ ਅਸੀਂ ਇੱਕੋ ਹੱਥ ਸ਼ਕਤੀ, ਇਕਾਤਮਕ ਦਾ ਮਤਲਬ ਕੀ ਹੈ? ਇੱਕੋ ਹੱਥ ਸ਼ਕਤੀ। ਜਿਹੜੇ ਦੇਸ਼ ਦੇ ਵਿੱਚ ਯੂਨੀਅਨ ਗਵਰਨਮੈਂਟ ਹੈ, ਜਿਹੜੇ ਦੇਸ਼ ਦੇ ਵਿੱਚ ਯੂਨਿਟਰੀ ਗਵਰਨਮੈਂਟ ਹੈ, ਉੱਥੇ ਸਾਰੀ ਪਾਵਰ ਕਿਹਦੇ ਕੋਲੇ ਹੋਊਗੀ? ਯੂਨੀਅਨ ਗਵਰਨਮੈਂਟ ਕੋਲੇ ਹੋਊਗੀ। ਪਰ ਯੂਨੀਅਨ ਗਵਰਨਮੈਂਟ ਦੀ ਹੈਲਪ ਦੇ ਲਈ ਕਿਹੜੀ ਗਵਰਨਮੈਂਟ ਹੋਊਗੀ? ਸਟੇਟ ਗਵਰਨਮੈਂਟ ਹੋਊਗੀ, ਰਾਜ ਸਰਕਾਰ ਹੋਊਗੀ। ਯੂਨੀਅਨ ਗਵਰਨਮੈਂਟ ਦੀ ਹੈਲਪ ਦੇ ਲਈ ਕੀ ਹੋਊਗਾ? ਰਾਜ ਸਰਕਾਰ ਹੋਊਗੀ। ਠੀਕ ਹੈ। ਹੁਣ ਤੁਸੀਂ ਇੱਥੇ ਕਹੋਗੇ ਵੀ ਫਰਕ ਕੀ ਰਹਿ ਗਿਆ? ਵੀ ਯੂਨਿਟਰੀ ਦੇ ਵਿੱਚ ਤੇ ਇਕਾਤਮਕ ਤੇ ਫੈਡਰਲ ਦੇ ਵਿੱਚ ਫਰਕ ਕੀ ਰਹਿ ਗਿਆ? ਡਿਫਰੈਂਸ ਕੀ ਰਹਿ ਗਿਆ? ਫਰਕ ਕੀ ਹੈ? ਇਹ ਧਿਆਨ ਨਾਲ ਸਮਝ ਕੇ ਜਾਣਾ। ਇਹ ਬਰੀਕੀ ਹੈ। ਐਗਜ਼ਾਮੀਨਰ ਜਿੱਥੋਂ ਮਰਜ਼ੀ ਸਵਾਲ ਪੁੱਛ ਲੇ, ਜੇ ਤੁਹਾਨੂੰ ਕਨਸੈਪਚੁਅਲੀ ਚੀਜ਼ਾਂ ਅੰਡਰਸਟੈਂਡੇਬਲ ਨੇ ਤਾਂ ਤੁਸੀਂ ਆਨਸਰੇਬਲ ਹੋਵੋਗੇ।
ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਯੂਨੀਅਨ ਗਵਰਨਮੈਂਟ ਦੀ ਜਾਂ ਯੂਨਿਟਰੀ ਦੀ, ਉੱਥੇ ਪਾਵਰ ਕਿਹਦੇ ਕੋਲੇ ਹੈ? ਸਾਰੀ ਦੀ ਸਾਰੀ ਪਾਵਰ ਕਿਹਦੇ ਕੋਲੇ ਹੈ? ਯੂਨੀਅਨ ਗਵਰਨਮੈਂਟ ਕੋਲੇ ਹੈ। ਸਟੇਟ ਗਵਰਨਮੈਂਟ ਕੋਲੇ ਕੋਈ ਪਾਵਰ ਨਹੀਂ। ਸੰਵਿਧਾਨ ਕਿਸੇ ਵੀ ਤਰੀਕੇ ਦੇ ਨਾਲ ਕਿਹੜੀ ਪਾਵਰ? ਸੰਵਿਧਾਨ ਵੱਲੋਂ ਦਿੱਤੀ ਹੋਈ ਪਾਵਰ। ਸ਼ਕਤੀ ਕਿਹਨੇ ਦੇਣੀ ਆਖਰ ਤੇ? ਪਾਵਰ ਕਿਹਨੇ ਦੇਣੀ ਆਖਰ ਤੇ? ਸੰਵਿਧਾਨ ਨੇ ਪਾਵਰ ਦੇਣੀ ਹੈ। ਠੀਕ ਹੈ, तो बेसिकली संविधान ने जो पावर देनी है, एक मिनट भाई, एक मिनट। ठीक है, ਜਿਹੜੀ ਸੰਵਿਧਾਨ ਪਾਵਰ ਦੇਊਗਾ, ਇਸ ਚੀਜ਼ ਨੂੰ ਧਿਆਨ ਨਾਲ ਸਮਝਣਾ ਹੈ। ਜਿਹੜੀ ਸੰਵਿਧਾਨ ਪਾਵਰ ਦੇਊਗਾ ਸਿਰਫ ਕਿਹਨੂੰ ਦੇਊਗਾ? ਕੇਂਦਰ ਸਰਕਾਰ, ਯੂਨੀਅਨ ਗਵਰਨਮੈਂਟ ਨੂੰ ਦੇਊਗਾ, ਕਿਉਂਕਿ ਯੂਨਿਟਰੀ ਹੈ, ਯੂਨੀਅਨ ਪਾਵਰਫੁਲ ਹੈ, ਕੇਂਦਰ ਪਾਵਰਫੁਲ ਹੈ। ਕਦੇ ਵੀ ਸਟੇਟ ਗਵਰਨਮੈਂਟ ਨੂੰ ਡਾਇਰੈਕਟ ਸੰਵਿਧਾਨ ਤੋਂ ਪਾਵਰ ਨਹੀਂ ਆਉਂਦੀ। ਕਦੇ ਵੀ ਰਾਜ ਸਰਕਾਰਾਂ ਨੂੰ ਡਾਇਰੈਕਟ ਸੰਵਿਧਾਨ ਤੋਂ ਪਾਵਰ ਨਹੀਂ ਆਉਂਦੀ। ਰਾਜ ਸਰਕਾਰਾਂ ਨੂੰ ਪਾਵਰ, ਇੱਥੇ ਰਾਜ ਸਰਕਾਰਾਂ ਨੂੰ ਪਾਵਰ ਕੌਣ ਦਿੰਦਾ ਹੈ? ਯੂਨੀਅਨ ਗਵਰਨਮੈਂਟ ਦਿੰਦਾ ਹੈ। ਆਪਦੀ ਮਰਜ਼ੀ ਨਾਲ ਪਾਵਰ ਦੇ ਵੀ ਦਿੱਤੀ ਤੇ ਆਪਦੀ ਮਰਜ਼ੀ ਨਾਲ ਪਾਵਰ ਨਹੀਂ ਵੀ ਦਿੱਤੀ। ਜਦੋਂ ਅਸੀਂ ਯੂਨਿਟਰੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਕਾਤਮਕ ਸ਼ਾਸਨ ਪ੍ਰਣਾਲੀ ਦੀ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਪਾਵਰ ਸਿਰਫ ਤੇ ਸਿਰਫ ਸੰਵਿਧਾਨ ਵੱਲੋਂ ਦਿੱਤੀ ਗਈ ਸ਼ਕਤੀ ਸਿਰਫ ਤੇ ਸਿਰਫ ਕਿਹਦੇ ਕੋਲੇ ਆ? ਕੇਂਦਰ ਕੋਲੇ ਹੈ। ਭਾਰਤ ਵਾਂਗੂ ਦੋ ਜਗ੍ਹਾ ਤੇ ਨਹੀਂ ਹੈਗੀ, ਭਾਰਤ ਵਾਂਗੂ ਸਟੇਟ ਕੋਲੇ ਨਹੀਂ ਹੈਗੀ। ਪਰ ਇਹਦਾ ਮਤਲਬ ਇਹ ਕਦੇ ਹੀ ਨਹੀਂ ਹੁੰਦਾ ਕਿ ਜੇ ਯੂਨਿਟਰੀ ਹੈ ਤਾਂ ਉੱਥੇ ਕੀ ਨਹੀਂ ਹੋਣਗੀਆਂ? ਸਟੇਟਸ ਨਹੀਂ ਹੋਣਗੀਆਂ। ਹੁਣ ਆਪਾਂ ਕਿਹਾ ਕਿ ਇੰਗਲੈਂਡ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਹੈ, ਇੰਗਲੈਂਡ ਦੇ ਵਿੱਚ ਇਕਾਤਮਕ ਦਾ ਮਤਲਬ ਯੂਨਿਟਰੀ ਆ, ਪਰ ਕੀ ਇੰਗਲੈਂਡ ਦੇ ਵਿੱਚ ਸਟੇਟਸ ਨਹੀਂ ਹੈਗੀਆਂ? ਹੈਗੀਆਂ ਨੇ, ਪਰ ਸਟੇਟਸ ਨੂੰ ਦਿੱਤੀ ਜਾਣ ਵਾਲੀ ਪਾਵਰ ਸੰਵਿਧਾਨਕ ਨਹੀਂ ਹੁੰਦੀ। ਸਟੇਟ ਕਿਸੇ ਵੀ ਸ਼ਕਤੀ ਨੂੰ ਲੈ ਕੇ ਕਲੇਮ ਨਹੀਂ ਕਰ ਸਕਦਾ ਜਿਵੇਂ ਆਪਾਂ ਆਪਣੇ ਭਾਰਤ ਦੇ ਵਿੱਚ ਕਰ ਸਕਦੇ ਹਾਂ। ਸਟੇਟ ਨੂੰ ਦਿੱਤੀ ਹੋਈ ਪਾਵਰ ਕਿਹਦੇ ਵੱਲੋਂ ਆਉਂਦੀ ਹੈ? ਯੂਨੀਅਨ ਵੱਲੋਂ, ਕੇਂਦਰ ਵੱਲੋਂ ਆਉਂਦੀ ਹੈ। ਜੇ ਕੇਂਦਰ ਚਾਹੁੰਦਾ ਤਾਂ ਸਟੇਟ ਨੂੰ ਪਾਵਰ ਦੇ ਦਿੰਦਾ ਹੈ, ਤੇ ਜੇ ਕੇਂਦਰ ਨਹੀਂ ਚਾਹੁੰਦਾ ਤਾਂ ਸਟੇਟ ਨੂੰ ਪਾਵਰ ਨਹੀਂ ਮਿਲਦੀ। ਤੁਸੀਂ ਇੱਥੇ ਦੋ ਤਿੰਨ ਗੱਲਾਂ ਯਾਦ ਰੱਖਣੀਆਂ ਨੇ। ਕਿਹੜੀਆਂ? ਸਵਾਲ ਕਿਵੇਂ ਪੁੱਛਿਆ ਜਾ ਸਕਦਾ ਹੈ ਕਿ ਯੂਨਿਟਰੀ ਗਵਰਨਮੈਂਟ, ਇਕਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਕੌਣ ਪਾਵਰਫੁਲ ਹੈ? ਇਕਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਯੂਨੀਅਨ ਗਵਰਨਮੈਂਟ ਪਾਵਰਫੁਲ ਹੈ। ਯੂਨਿਟਰੀ, ਯੂਨੀਅਨ ਸ਼ਬਦ ਤੋਂ ਨਿਕਲਿਆ ਹੋਇਆ ਹੈਗਾ। ਇਕਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਸੰਵਿਧਾਨ ਵੱਲੋਂ ਡਾਇਰੈਕਟ ਪਾਵਰ ਕਿਹਨੂੰ ਦਿੱਤੀ ਜਾਂਦੀ ਹੈ? ਤਾਂ ਸਾਡਾ ਆਨਸਰ ਹੋਊਗਾ ਯੂਨੀਅਨ ਗਵਰਨਮੈਂਟ ਨੂੰ ਦਿੱਤੀ ਜਾਂਦੀ ਹੈ। ਇਕਾਤਮਕ ਸ਼ਾਸਨ ਪ੍ਰਣਾਲੀ ਵਿੱਚ ਕੀ ਰਾਜ ਸਰਕਾਰਾਂ ਇੰਡੀਪੈਂਡੈਂਟ ਪਾਵਰ ਇੰਜੋਏ ਕਰਦੀਆਂ ਨੇ? ਬਿਲਕੁਲ ਨਹੀਂ ਕਰਦੀਆਂ। ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਨੇ, ਇਹਨਾਂ ਨੂੰ ਸ਼ਕਤੀ ਕੌਣ ਦਿੰਦਾ ਹੈ? ਯੂਨੀਅਨ ਗਵਰਨਮੈਂਟ ਦਿੰਦਾ ਹੈ। ਕੇਂਦਰ ਦੀ ਮਰਜ਼ੀ ਉਹਨਾਂ ਨੂੰ ਪਾਵਰ ਦੇਤੀ ਤੇ ਕੇਂਦਰ ਦੀ ਮਰਜ਼ੀ ਉਹਨਾਂ ਤੋਂ ਪਾਵਰ ਲੈ ਲਈ। ਸੰਵਿਧਾਨ 'ਚ ਨਹੀਂ ਲਿਖਿਆ ਜਾਂਦਾ ਕਿ ਸਟੇਟ ਕੋਲੇ ਪਾਵਰ ਹੋਊਗੀ ਕਿ ਨਹੀਂ ਹੋਊਗੀ। ਇਹ ਸਾਡਾ ਇਕਾਤਮਕ ਸ਼ਾਸਨ ਪ੍ਰਣਾਲੀ ਵਾਲਾ ਸਟਰਕਚਰ ਸੀ। ਇਹਨੂੰ ਦੁਬਾਰਾ ਸਾਰੀ ਪੋਲਿਟੀ ਜਦੋਂ ਆਪਾਂ ਪੜਾਂਗੇ 3 ਤੋਂ 4 ਵਾਰੀ ਦੁਬਾਰਾ ਫਿਰ ਸਮਝਾਉਂਗੀ। ਮੈਨੂੰ ਪਤਾ ਹੈ ਤੁਹਾਡੇ ਵਾਸਤੇ ਨਵਾਂ ਕਨਸੈਪਟ ਹੈ। ਹੁਣ ਆਪਾਂ ਆਪਣੇ ਰੀਅਲ ਕਨਸੈਪਟ ਦੇ ਉੱਪਰ ਆਉਨੇ ਆ, ਜਿਹਨੂੰ ਅਸੀਂ ਬੋਲ ਦਿੰਨੇ ਆ ਸੰਘੀ ਪ੍ਰਣਾਲੀ। ਸੰਘੀ ਪ੍ਰਣਾਲੀ ਦਾ ਭਾਵ ਹੈ ਪਾਵਰ ਨੂੰ ਦੋ ਜਗ੍ਹਾ ਤੇ ਵੰਡਿਆ ਹੋਇਆ ਹੈ, ਇੱਕ ਕੇਂਦਰ ਪੱਧਰ ਤੇ ਦੂਜਾ ਕਿਹੜੇ ਪੱਧਰ ਤੇ? ਰਾਜ ਪੱਧਰ ਤੇ। ਕੇਂਦਰ ਮਤਲਬ ਤੁਹਾਡਾ ਕੀ ਹੋ ਗਿਆ? ਸੈਂਟਰ, ਤੇ ਰਾਜ ਮਤਲਬ ਤੁਹਾਡਾ ਕੀ ਹੋ ਗਿਆ? ਸਟੇਟ। ਜਦੋਂ ਅਸੀਂ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ, ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ, ਹੁਣ ਤੁਸੀਂ ਫੈਡਰਲ ਸਟਰਕਚਰ ਅੰਡਰਸਟੈਂਡ ਕਰੋਗੇ ਪ੍ਰੋਪਰ ਤਰੀਕੇ ਦੇ ਨਾਲ। ਜਦੋਂ ਅਸੀਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ, ਸੰਘੀ ਢਾਂਚੇ ਦੀ ਗੱਲ ਕਰਦੇ ਹਾਂ, ਤਾਂ ਸੰਘੀ ਢਾਂਚੇ ਦਾ ਮਤਲਬ ਹੈ ਪਾਵਰ ਨੂੰ ਦੋ ਜਗ੍ਹਾ ਤੇ ਵੰਡਿਆ, ਤੇ ਇਕਾਤਮਕ ਦਾ ਮਤਲਬ ਹੈ ਪਾਵਰ ਨੂੰ ਸਿਰਫ ਇੱਕ ਜਗ੍ਹਾ ਤੇ ਵੰਡਿਆ ਹੋਇਆ ਹੈਗਾ। ਇਕਾਤਮਕ ਦੀ ਪਾਵਰ ਸਿਰਫ ਕੇਂਦਰ ਕੋਲੇ ਹੈ। ਸੰਘੀ ਢਾਂਚੇ ਦਾ ਮਤਲਬ ਹੈ ਜਿੰਨੀ ਪਾਵਰ ਕੇਂਦਰ ਕੋਲੇ ਹੈ ਉਨੀ ਪਾਵਰ ਕਿਹਦੇ ਕੋਲੇ ਹੈ? ਰਾਜ ਕੋਲੇ ਹੈ। ਇੱਕੋ ਜੀ ਪਾਵਰ ਹੈ ਸੈਂਟਰ ਤੇ ਸਟੇਟ ਦੋਵਾਂ ਹੀ ਕੋਲੇ। ਤੇ ਇਹ ਪਾਵਰ ਕੋਈ ਕੇਂਦਰ ਰਾਜ ਤੇ ਅਹਿਸਾਨ ਕਰਕੇ ਨਹੀਂ ਦੇ ਰਿਹਾ। ਇਹ ਪਾਵਰ ਜਿਹੜੀ ਸਟੇਟ ਕੋਲੇ ਆਈ ਹੈ, ਇਹ ਟੋਟਲੀ ਉਸ ਦੇਸ਼ ਦੇ ਸੰਵਿਧਾਨ ਵੱਲੋਂ ਦਿੱਤੀ ਗਈ ਪਾਵਰ ਹੈ। ਇਹ ਜਿਹੜੀ ਸ਼ਕਤੀ, ਇਹ ਜਿਹੜੀ ਪਾਵਰ ਸਟੇਟ ਕੋਲੇ ਆਈ ਹੈ, ਇਹ ਉੱਥੋਂ ਦੇ ਸੰਵਿਧਾਨ ਨੇ ਦੇਣੀ ਹੈ। ਇਹ ਕੋਈ ਕੇਂਦਰ ਅਹਿਸਾਨ ਕਰਕੇ ਰਾਜ ਨੂੰ ਪਾਵਰ ਨਹੀਂ ਦੇਊਗਾ। ਯੂਨਿਟਰੀ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ? ਇਕਾਤਮਕ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਕਿ ਸਰਕਾਰ ਕਿਹੜੀ ਕੋਲੇ ਪਾਵਰ ਹੈ? ਸੈਂਟਰ ਸਰਕਾਰ ਕੋਲੇ ਪਾਵਰ ਹੈ। ਤੇ ਸਟੇਟ ਕੋਲੇ ਪਾਵਰ ਕਿੱਥੋਂ ਜਾਊਗੀ? ਸੈਂਟਰ ਕੋਲੋਂ ਜਾਊਗੀ। ਸੰਵਿਧਾਨ ਕੋਈ ਸਟੇਟ ਨੂੰ ਪਾਵਰ ਨਹੀਂ ਦਿੰਦਾ, ਕਿਉਂਕਿ ਇਕਾਤਮਕ ਦਾ ਮਤਲਬ ਹੈ ਇੱਕ ਜਗ੍ਹਾ ਤੇ ਪਾਵਰ।
ਸੰਘੀ ਢਾਂਚੇ ਦਾ ਮਤਲਬ ਹੈ ਕੇਂਦਰ ਤੇ ਰਾਜਾਂ ਦੋਵਾਂ ਦੇ ਵਿਚਕਾਰ ਪਾਵਰ ਨੂੰ ਇਕੁਅਲੀ ਡਿਵਾਈਡ ਕੀਤਾ ਜਾ ਰਿਹਾ ਹੈਗਾ। ਜਿੰਨੀ ਪਾਵਰ ਕੇਂਦਰ ਕੋਲੇ ਉਨੀ ਪਾਵਰ ਕਿਹਦੇ ਕੋਲੇ ਆ? ਸਟੇਟ ਕੋਲੇ ਵੀ ਆ। ਜਿੰਨੀ ਪਾਵਰ ਸੈਂਟਰ ਕੋਲੇ ਉਨੀ ਪਾਵਰ ਕਿਹਦੇ ਕੋਲੇ ਆ? ਸਟੇਟ ਕੋਲੇ ਵੀ ਆ। ਔਰ ਸਟੇਟ ਕੋਲੇ ਪਾਵਰ ਸਿੱਧੀ ਕਿੱਥੋਂ ਆਉਂਦੀ ਹੈ? ਸੰਵਿਧਾਨ ਤੋਂ ਆਉਂਦੀ ਹੈ। ਜੇ ਕੇਂਦਰ ਨਹੀਂ ਵੀ ਚਾਹੁੰਦਾ ਤਾਂ ਵੀ ਸਟੇਟ ਆਪਣੀ ਪਾਵਰ ਇੰਜੋਏ ਕਰਦਾ, ਬਿਕਾਜ਼ ਸੰਵਿਧਾਨ ਨੇ ਉਹ ਪਾਵਰ ਕਿਹਨੂੰ ਦਿੱਤੀ ਆ? ਸਟੇਟ ਨੂੰ ਦਿੱਤੀ ਹੈ। ਹੁਣ ਸਾਡੇ ਕੋਲੇ ਫੈਡਰਲ ਦਾ ਪਿਓਰ ਐਗਜ਼ਾਮਪਲ ਕਿਹੜਾ ਦੇਸ਼ ਹੈ? ਅਮਰੀਕਾ ਦੇਸ਼ ਹੈ। ਤੁਹਾਨੂੰ ਇਹ ਦੋ ਕੁਐਸਚਨ ਬਹੁਤ ਇੰਪੋਰਟੈਂਟਲੀ ਪੁੱਛੇ ਜਾ ਸਕਦੇ ਨੇ। ਜੇ ਤੁਹਾਡੇ ਐਗਜ਼ਾਮੀਨਰ ਨੇ ਤੁਹਾਡੇ ਪੇਪਰ ਨੂੰ ਜਾਣ ਬੁੱਝ ਕੇ ਵੀ ਟਫ ਕਰਨਾ ਹੋਇਆ, ਇਹਨਾਂ ਦੇ ਆਧਾਰ ਤੇ ਕੁਐਸਚਨ ਪੁੱਛੂਗਾ ਕਿ ਇਕਾਤਮਕ ਦੀ ਉਦਾਹਰਣ ਕਿਹੜਾ ਦੇਸ਼ ਹੈ, ਤਾਂ ਸਾਡਾ ਆਨਸਰ ਆਊਗਾ ਇੰਗਲੈਂਡ। ਤੇ ਫੈਡਰਲ ਸੰਘੀ ਪ੍ਰਣਾਲੀ ਪਿਓਰਲੀ ਕਿੱਥੇ ਫੋਲੋ ਕੀਤੀ ਜਾਂਦੀ ਹੈ? ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ ਜਿੰਨਾ ਪਾਵਰਫੁਲ ਦੇਸ਼ ਹੈ ਨਾ, ਜਿੰਨਾ ਪਾਵਰਫੁਲ ਸੈਂਟਰ ਹੈ, ਉਨੀਆਂ ਪਾਵਰਫੁਲ ਸਟੇਟਸ ਨੇ। ਸਟੇਟ ਗਵਰਨਮੈਂਟ ਇਕੁਅਲੀ ਪਾਵਰ ਹੈ ਜੇ ਅਸੀਂ ਕਿਹਦੀ ਗੱਲ ਕਰਦੇ ਹਾਂ? ਅਮਰੀਕਾ ਦੀ। ਹੁਣ ਤੁਸੀਂ ਆਖੋਗੇ ਵੀ ਭਾਰਤ ਦੇ ਵਿੱਚ ਕੀ ਹੈ ਜੀ? ਹੁਣ ਭਾਰਤ ਵਾਲੇ ਸਟਰਕਚਰ ਤੇ ਆਉਨੇ ਆਪਾਂ। ਤੁਸੀਂ ਦੇਖਿਆ ਹੋਣਾ ਨਾ ਤਾਂ ਭਾਰਤ ਦੇ ਵਿੱਚ ਕੱਲਾ ਕੇਂਦਰ ਆ, ਨਾ ਤਾਂ ਭਾਰਤ ਦੇ ਵਿੱਚ ਇਹ ਹੈ ਕਿ ਕੱਲੇ ਕੇਂਦਰ ਕੋਲੇ ਪਾਵਰ ਹੈ। ਜੇ ਸਟੇਟ ਕੋਲੇ ਪਾਵਰ ਨਾ ਹੋਵੇ ਫਿਰ ਆਪਾਂ ਸਟੇਟ ਸਰਕਾਰ ਬਣਾ ਕੇ ਕੀ ਲੈਣਾ? ਫਿਰ ਆਪਾਂ ਮੁੱਖ ਮੰਤਰੀ ਬਣਾ ਕੇ ਕੀ ਲੈਣਾ? ਭਗਵੰਤ ਮਾਨ ਵਰਗੇ ਮਿੰਟ 'ਚ ਬਿੱਲ ਪਾਸ ਕਰਕੇ ਐਕਟ ਬਣਾ ਲੈਂਦੇ ਨੇ, ਫਿਰ ਉਹ ਨਹੀਂ ਬਣਾ ਸਕਣਗੇ। ਜੇ ਆਪਣੇ ਦੇਸ਼ ਦੇ ਵਿੱਚ ਇਕਾਤਮਕ ਪ੍ਰਣਾਲੀ ਹੁੰਦੀ ਤਾਂ ਸਾਡੇ ਦੇਸ਼ ਦੀਆਂ ਸਟੇਟਸ ਕੋਲੇ ਪਾਵਰ ਹੀ ਨਹੀਂ ਹੋਣੀ ਸੀ। ਸਟੇਟ ਨੂੰ ਸਾਰੀ ਗੱਲ ਮੰਨਣੀ ਪੈਂਦੀ ਜਿਹੜੀ ਕਿਹਨੇ ਕਹਿਣੀ ਸੀ? ਸੈਂਟਰ ਨੇ ਕਹਿਣੀ ਸੀ। ਫਿਰ ਹੁਣ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਯਾਰ ਫੈਡਰਲ ਦਾ ਵੀ ਨਹੀਂ ਲੱਗਦਾ। ਫੈਡਰਲ ਦਾ ਕਿਉਂ ਨਹੀਂ ਲੱਗਦਾ? ਜੇ ਕਿਤੇ ਕੇਂਦਰ ਤੇ ਜਿੰਨੀ ਪਾਵਰ ਰਾਜਾਂ ਕੋਲੇ ਹੁੰਦੀ ਤਾਂ ਅੱਜ ਨੂੰ ਅਸੀਂ ਸਭ ਤੋਂ ਪਹਿਲਾਂ ਅੱਡ ਹੋ ਕੇ ਬੈਠਣਾ ਸੀ। ਪੰਜਾਬ ਵਾਲਿਆਂ ਨੇ ਜਿੰਨੇ ਮੁੱਦੇ ਸਾਡੇ ਕੇਂਦਰ ਨਾਲ ਹੈ, ਅਸੀਂ ਤਾਂ ਬਿਲਕੁਲ ਕੀ ਹੋ ਜਾਣਾ ਸੀ? ਸੈਪਰੇਟ ਹੋ ਜਾਣਾ ਸੀ। ਫਿਰ ਸਵਾਲ ਹੈ ਵੀ ਨਾ ਤਾਂ ਸਾਡੇ ਇਕਾਤਮਕ ਹੈ, ਨਾ ਸਾਡੇ ਕੀ ਹੈ? ਪਿਓਰ ਫੈਡਰਲ ਹੈ। ਨਾ ਸਾਡੇ ਕੀ ਹੈ? ਪਿਓਰ ਫੈਡਰਲ ਹੈ। ਸਾਡੇ ਫਿਰ ਕੀ ਹੈ? ਸਾਡੇ ਕੀ ਹੈ? ਕੁਆਜ਼ੀ ਫੈਡਰਲ ਹੈ। ਬਹੁਤ ਇੰਪੋਰਟੈਂਟ। ਸਾਡੇ ਕੀ ਹੈ? ਕੁਆਜ਼ੀ ਫੈਡਰਲ ਹੈ। ਇਹ ਅੰਗਰੇਜ਼ੀ ਚ ਤਾਂ ਲਿਖ ਰਹੀਆਂ ਟਰਮਸ ਕਿਉਂਕਿ ਕਈ ਵਾਰੀ ਪੇਪਰ ਦੇ ਵਿੱਚ ਐਜ਼ ਇਟ ਇਜ਼ ਇੰਗਲਿਸ਼ ਦੇ ਵਿੱਚ ਲਿਖੀਆਂ ਜਾਂਦੀਆਂ ਨੇ। ਕੁਆਜ਼ੀ ਫੈਡਰਲ ਦਾ ਮਤਲਬ ਕੀ ਹੁੰਦਾ? ਅਰਧ ਸੰਘੀ ਪ੍ਰਣਾਲੀ ਹੈ। ਕੁਆਜ਼ੀ ਫੈਡਰਲ ਦਾ ਮਤਲਬ ਕੀ ਹੁੰਦਾ? ਅਰਧ ਸੰਘੀ ਪ੍ਰਣਾਲੀ ਹੈ। ਅਰਧ ਸੰਘੀ ਪ੍ਰਣਾਲੀ ਤੋਂ ਭਾਵ ਸਮਝਦੇ ਹੋ? ਅਰਧ ਸੰਘੀ ਪ੍ਰਣਾਲੀ ਤੋਂ ਭਾਵ ਸਮਝੋ, ਜੇ ਨਹੀਂ ਸਮਝਦੇ ਤਾਂ ਇਹ ਭਾਰਤ ਦਾ ਹੈ। ਇਹ ਕਿਹੜਾ ਸਟਰਕਚਰ ਹੈ? ਭਾਰਤੀ ਸਟਰਕਚਰ ਹੈ। ਆਪਾਂ ਦੋ ਚੀਜ਼ਾਂ ਪੜ੍ਹੀਆਂ ਕਿ ਪੂਰੀ ਦੁਨੀਆ ਦੇ ਸਟਰਕਚਰ ਨੂੰ ਅਸੀਂ ਦੋ ਤਰੀਕੇ ਨਾਲ ਦੇਖਦੇ ਹਾਂ, ਇਕਾਤਮਕ ਤੇ ਸੰਘੀ ਢਾਂਚਾ। ਇਕਾਤਮਕ ਦਾ ਮਤਲਬ ਹੈ ਪਾਵਰ ਯੂਨੀਅਨ ਗਵਰਨਮੈਂਟ ਕੋਲੇ ਹੈ। ਸੰਘੀ ਢਾਂਚੇ ਦਾ ਮਤਲਬ ਹੈ ਪਾਵਰ ਨੂੰ ਸਟੇਟ ਤੇ ਸੈਂਟਰ ਦੇ ਵਿੱਚ ਇੱਕੋ ਜਿਹਾ ਵੰਡ ਦਿੱਤਾ ਗਿਆ। ਹੁਣ ਅਸੀਂ ਗੱਲ ਕਰਦੇ ਹਾਂ ਭਾਰਤ ਦੀ। ਭਾਰਤ ਦੇ ਵਿੱਚ ਕੁਆਜ਼ੀ ਫੈਡਰਲ ਆ, ਅਰਧ ਸੰਘੀ ਪ੍ਰਣਾਲੀ ਹੈ। ਬੇਸ਼ੱਕ ਸਾਡੇ ਦੇਸ਼ ਦੇ ਵਿੱਚ ਪਾਵਰ ਵੰਡੀ ਗਈ ਹੈ, ਅਸੀਂ ਇਸ ਚੀਜ਼ ਤੋਂ ਮੁੱਕਰ ਨਹੀਂ ਸਕਦੇ। ਸਾਡੇ ਦੇਸ਼ ਦੇ ਵਿੱਚ ਪਾਵਰ ਕੇਂਦਰ ਨੂੰ ਵੀ ਦਿੱਤੀ ਗਈ ਹੈ ਤੇ ਸਾਡੇ ਦੇਸ਼ ਦੇ ਵਿੱਚ ਪਾਵਰ ਰਾਜ ਨੂੰ ਵੀ ਦਿੱਤੀ ਗਈ ਹੈ। ਸਾਡੇ ਦੇਸ਼ ਦੇ ਵਿੱਚ ਪਾਵਰ ਸੈਂਟਰ ਗਵਰਨਮੈਂਟ ਕੋਲੇ ਵੀ ਹੈ ਤੇ ਸਾਡੇ ਦੇਸ਼ ਦੇ ਵਿੱਚ ਪਾਵਰ ਸਟੇਟ ਗਵਰਨਮੈਂਟ ਕੋਲੇ ਵੀ ਹੈ। ਪਾਵਰ ਵੰਡੀ ਜ਼ਰੂਰ ਗਈ ਹੈ ਪਰ ਇੱਕੋ ਜੀ ਵੰਡੀ ਨਹੀਂ ਗਈ। ਜੇ ਇੱਕੋ ਜੀ ਵੰਡੀ ਜਾਂਦੀ ਫਿਰ ਤਾਂ ਫੈਡਰਲ ਹੀ ਹੋ ਜਾਣਾ ਸੀ, ਫਿਰ ਤਾਂ ਸੰਘੀ ਢਾਂਚੇ ਹੀ ਹੋ ਜਾਣਾ ਸੀ। ਹੁਣ ਇਹਨੂੰ ਅਸੀਂ ਅਰਧ ਸੰਘੀ ਤਾਂ ਹੀ ਬੋਲਦੇ ਆ, ਪਾਵਰ ਵੰਡਣ ਦੇ ਬਾਵਜੂਦ ਵੀ ਜਿਹੜੀ ਜ਼ਿਆਦਾ ਸ਼ਕਤੀਸ਼ਾਲੀ ਬਾਡੀ ਹੈ, ਜ਼ਿਆਦਾ ਪਾਵਰਫੁਲ ਬਾਡੀ ਹੈ ਸਾਡੇ ਦੇਸ਼ ਦੇ ਵਿੱਚ, ਉਹ ਕੌਣ ਹੈ? ਕੇਂਦਰ ਹੈ। ਸਾਡੇ ਦੇਸ਼ ਦੇ ਵਿੱਚ ਕੁਆਜ਼ੀ ਫੈਡਰਲ ਸਟਰਕਚਰ ਹੈ, ਅਰਧ ਸੰਘੀ ਢਾਂਚਾ ਹੈ। ਬੇਸ਼ੱਕ ਪਾਵਰ ਅਸੀਂ ਦੋ ਜਗ੍ਹਾ ਤੇ ਵੰਡ ਦਿੱਤੀ, ਕੇਂਦਰ ਅਤੇ ਰਾਜਾਂ ਕੋਲੇ ਵੰਡ ਦਿੱਤੀ, ਪਰ ਫਿਰ ਵੀ ਇੱਕੋ ਜੀ ਪਾਵਰ ਨਹੀਂ, ਕਿਉਂਕਿ ਰਾਜਾਂ ਦੇ ਮੁਕਾਬਲੇ ਹਮੇਸ਼ਾ ਕੌਣ ਪਾਵਰਫੁਲ ਰਹਿੰਦਾ ਹੈ? ਸੈਂਟਰ ਪਾਵਰਫੁਲ ਰਹਿੰਦਾ ਹੈਗਾ। ਉਦਾਹਰਣ ਕੀ ਹੈ? ਰਾਜ ਸਰਕਾਰ ਕੌਣ ਚਲਾਉਂਦਾ ਹੈ? ਸੀਐਮ। ਤੇ ਸੈਂਟਰ ਸਰਕਾਰ ਕੌਣ ਚਲਾਉਂਦਾ ਹੈ? ਪੀਐਮ। ਸੀਐਮ ਦੇ ਮੁਕਾਬਲੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਪੀਐਮ ਡੈਫੀਨੇਟਲੀ ਕੀ ਹੈ? ਪਾਵਰਫੁਲ ਹੈ। ਮੁੱਖ ਮੰਤਰੀ ਦੇ ਮੁਕਾਬਲੇ ਕੌਣ ਪਾਵਰਫੁਲ ਹੈ? ਪ੍ਰਧਾਨ ਮੰਤਰੀ ਬਹੁਤ ਪਾਵਰਫੁਲ ਹੈ। ਮੁੱਖ ਮੰਤਰੀ ਦੀ ਅਥਾਰਟੀ ਉਹਦੀ ਸਟੇਟ ਤੱਕ ਹੁੰਦੀ ਹੈ। ਜੇ ਪੰਜਾਬ ਦਾ ਮੁੱਖ ਮੰਤਰੀ ਹੈ ਵਿਦਿਨ ਪੰਜਾਬ, ਜੇ ਹਰਿਆਣੇ ਦਾ ਮੁੱਖ ਮੰਤਰੀ ਹੈ ਵਿਦਿਨ ਹਰਿਆਣਾ ਹੈ, ਤੇ ਜੇ ਪ੍ਰਧਾਨ ਮੰਤਰੀ ਹੈ ਨਾ ਫਿਰ ਉਹ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਹੈ, ਚਾਹੇ ਤਾਮਿਲਨਾਡੂ ਹੈ, ਚਾਹੇ ਆਂਧਰਾ ਪ੍ਰਦੇਸ਼ ਹੈ, ਚਾਹੇ ਕਸ਼ਮੀਰ ਹੈ, ਚਾਹੇ ਗੁਜਰਾਤ ਹੈ, ਤੇ ਚਾਹੇ ਹਰਿਆਣਾ। ਤਾਂ ਇਹਦਾ ਮਤਲਬ ਸਾਡੇ ਦੇਸ਼ ਦੇ ਵਿੱਚ ਰਾਜਾਂ ਦੇ ਕੰਪੈਰੀਟਿਵਲੀ ਪਾਵਰ ਕਿਹਦੇ ਕੋਲੇ ਜ਼ਿਆਦਾ ਹੁੰਦੀ ਆ? ਕੇਂਦਰ ਕੋਲੇ ਜ਼ਿਆਦਾ ਪਾਵਰ ਹੁੰਦੀ। ਔਰ ਇਹਨੂੰ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣਾ, ਬਹੁਤ ਇੰਪੋਰਟੈਂਟ ਦੱਸਦੀ ਹਾਂ। ਪੇਪਰ ਦੇ ਵਿੱਚ ਸਵਾਲ ਆਇਆ ਸੀਗਾ ਕਿ ਭਾਰਤ ਦੇ ਵਿੱਚ, ਭਾਰਤੀ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਗਿਆ ਕਿ ਭਾਰਤ ਦੇ ਵਿੱਚ ਫੈਡਰਲ ਢਾਂਚਾ? ਕਿੱਥੇ ਲਿਖਿਆ ਗਿਆ? ਕਿਤੇ ਨਹੀਂ ਲਿਖਿਆ ਗਿਆ। ਸਾਡੇ ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਜਾਂਦਾ, ਕਿਤੇ ਵੀ ਕੋਈ ਸਪਸ਼ਟ ਸ਼ਬਦਾਂ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਕਿਹੜਾ ਢਾਂਚਾ ਹੈ? ਫੈਡਰਲ ਢਾਂਚਾ।
ਲਿਖਿਆ ਕੀ ਜਾਂਦਾ ਹੈ ਭਾਰਤ ਦੇ ਵਿੱਚ? ਫਿਰ ਲਿਖਿਆ ਕੀ ਜਾਂਦਾ ਹੈ? ਇੱਕ ਲਾਈਨ ਲਿਖੀ ਜਾਂਦੀ ਹੈ। ਕਿਹੜੀ ਲਾਈਨ ਲਿਖੀ ਜਾਂਦੀ ਹੈ? ਉਹਨੂੰ ਧਿਆਨ ਨਾਲ ਦੇਖਣਾ। ਸ਼ਕਤੀ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਵੰਡੀ ਗਈ ਹੈ। ਸ਼ਕਤੀ ਪਾਵਰ ਕੇਂਦਰ ਅਤੇ ਸਟੇਟਸ ਦੇ ਵਿੱਚ ਵੰਡੀ ਗਈ ਹੈ। ਕੇਂਦਰ ਅਤੇ ਰਾਜਾਂ ਵਿੱਚ ਵੰਡੀ ਗਈ ਹੈ, ਇਹ ਚੀਜ਼ ਯਾਦ ਰੱਖਣੀ ਹੈ। ਪਰ ਵੰਡੀ ਇੱਕੋ ਜਿਹੀ ਨਹੀਂ ਗਈ, ਪਰ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ। ਪਰ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ। ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ। ਠੀਕ ਹੈ, ਇਹ ਚੀਜ਼ ਸਾਡੇ ਸੰਵਿਧਾਨ ਦੇ ਵਿੱਚ ਲਿਖੀ ਜਾਂਦੀ ਹੈ। ਇਹਨੂੰ ਅਸੀਂ ਇੱਕ ਅੱਖਰ ਦੇ ਨਾਲ ਵੀ ਕਹਿ ਸਕਦੇ ਹਾਂ ਕਿ ਅਰਧ ਸੰਘੀ ਪ੍ਰਣਾਲੀ ਹੈ, ਕੁਆਜ਼ੀ ਫੈਡਰਲ ਹੈ। ਪਾਵਰ ਵੰਡਣ ਦੇ ਬਾਵਜੂਦ ਵੀ ਇਕੁਅਲੀ ਡਿਵੀਜ਼ਨ ਨਹੀਂ ਹੋਈ। ਕਿਹਦੇ ਕੋਲੇ ਜ਼ਿਆਦਾ ਪਾਵਰ ਹੈ? ਕੇਂਦਰ ਕੋਲੇ ਜ਼ਿਆਦਾ ਪਾਵਰ ਹੈ। ਕੇਂਦਰ ਤੇ ਰਾਜਾਂ ਵਿਚਕਾਰ ਵੰਡੀ ਗਈ ਹੈ ਸ਼ਕਤੀ, ਪਰ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ। ਇਹ ਭਾਰਤ ਦਾ ਸਟਰਕਚਰ ਹੈ, ਇਹ ਸਾਡੇ ਦੇਸ਼ ਦਾ ਸਟਰਕਚਰ ਹੈ। ਠੀਕ ਹੈ, ਸੋ ਜੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਸਟਰਕਚਰ ਨੂੰ ਹੋਰ ਡੀਪਲੀ ਸਮਝਣ ਦਾ, ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪੂਰੀ ਦੁਨੀਆ ਦਾ ਸਟਰਕਚਰ ਦੋ ਤਰੀਕੇ ਨਾਲ ਕੰਮ ਕਰਦਾ, ਭਾਰਤ ਦਾ ਸਟਰਕਚਰ ਇਸ ਤਰੀਕੇ ਨਾਲ ਕੰਮ ਕਰਦਾ ਹੈਗਾ। ਹੁਣ ਆਪਾਂ ਕੇਂਦਰ ਅਤੇ ਰਾਜਾਂ ਦੇ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੇਂਦਰ ਕੀ ਚੀਜ਼ ਹੈ, ਰਾਜ ਕੀ ਚੀਜ਼ ਹੈ, ਧਿਆਨ ਨਾਲ ਸੁਣਦੇ ਜਾਣਾ ਬਸ। ਅੱਜ ਜੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦਾ ਸਟਰਕਚਰ, ਸਾਡੇ ਦੇਸ਼ ਦੀਆਂ ਸਰਕਾਰਾਂ ਦਾ ਸਿਸਟਮ ਕਿੰਨੇ ਤਰੀਕੇ ਨਾਲ ਚੱਲਦਾ ਹੈ? 3 ਤਰੀਕੇ ਨਾਲ ਚੱਲਦਾ। ਤੁਸੀਂ ਸੁਣਿਆ ਵੀ ਹੋਣਾ। ਕਿਹੜੇ 3 ਤਰੀਕੇ ਨੇ? ਵਿਧਾਨ ਪਾਲਿਕਾ, ਦੂਸਰਾ ਕਿਹੜਾ ਤਰੀਕਾ ਹੈ? ਕਾਰਜਪਾਲਿਕਾ, ਤੀਸਰਾ ਕਿਹੜਾ ਤਰੀਕਾ ਹੈ? ਨਿਆਂਪਾਲਿਕਾ। ਇਹ ਤਾਂ ਤੁਸੀਂ ਇਹਨਾਂ ਤੋਂ ਤਾਂ ਤੁਸੀਂ ਮਤਲਬ ਦੂਰ ਨਹੀਂ ਹੈਗੇ, ਮੇਰੇ ਖਿਆਲ ਦੇ ਵਿੱਚ ਤੁਸੀਂ ਬਹੁਤੇ ਸਾਰੇ ਬੱਚਿਆਂ ਨੇ ਪੋਲੀਟੀਕਲ ਸਟਰਕਚਰ ਨੂੰ ਸਟੱਡੀ ਕੀਤਾ ਹੋਣਾ। ਵਿਧਾਨ ਪਾਲਿਕਾ ਇਜ਼ ਲੈਜਿਸਲੇਚਰ, ਲੈਜਿਸਲੇਟਿਵ ਵੀ ਕਹਿੰਦੇ, ਲੈਜਿਸਲੇਟਿਵ। ਕਾਰਜਪਾਲਿਕਾ ਇਜ਼ ਐਗਜ਼ੀਕਿਊਟਿਵ ਤੇ ਨਿਆਂਪਾਲਿਕਾ ਜੁਡੀਸ਼ਰੀ। ਸਾਡੇ ਦੇਸ਼ ਦਾ ਪੂਰੇ ਦਾ ਪੂਰਾ ਸਿਸਟਮ ਇਹਨਾਂ ਤਿੰਨਾਂ ਆਰਗਨ ਦੇ ਬੇਸਿਸ ਤੇ ਟਿਕਿਆ ਹੋਏਗਾ। ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਕਿੰਨੇ ਲੈਵਲ ਤੇ? 2 ਲੈਵਲ ਤੇ। ਕਿੰਨੇ ਲੈਵਲ ਤੇ? 2 ਲੈਵਲ ਤੇ। ਲੈਵਲ ਤਾਂ ਅਸੀਂ ਭੁੱਲ ਹੀ ਨਹੀਂ ਸਕਦੇ। ਕਿਹੜੇ ਕਿਹੜੇ ਲੈਵਲ ਤੇ? ਇੱਕ ਕੇਂਦਰ ਪੱਧਰ ਤੇ ਦੂਜਾ ਕਿਹੜੇ ਪੱਧਰ ਤੇ? ਰਾਜ ਪੱਧਰ ਤੇ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਗਵਰਨਮੈਂਟ ਸਟਰਕਚਰ ਪੜ੍ਹਦੇ ਹਾਂ, ਸਰਕਾਰ ਦਾ ਸਿਸਟਮ ਢਾਂਚਾ ਪੜ੍ਹਦੇ ਹਾਂ, ਤਾਂ 2 ਤਰੀਕੇ ਦੀਆਂ ਸਰਕਾਰਾਂ ਕੰਮ ਕਰਦੀਆਂ ਨੇ। ਇੱਕ ਕੇਂਦਰ ਸਰਕਾਰ ਤੇ ਦੂਜਾ ਕਿਹੜੀ ਸਰਕਾਰ? ਰਾਜ ਸਰਕਾਰ। ਸਟੇਟ ਦੀ ਵੀ ਇੱਕ ਗਵਰਨਮੈਂਟ ਹੈ ਤੇ ਪੂਰੇ ਦੇ ਪੂਰੇ ਇੰਡੀਆ ਦੀ ਵੀ ਇੱਕ ਗਵਰਨਮੈਂਟ। ਜਦੋਂ ਅਸੀਂ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਦੀ ਗੱਲ ਕਰਾਂਗੇ, ਇਹ ਤਿੰਨੋਂ ਬਾਡੀਜ਼ ਨੂੰ ਅਸੀਂ ਕੇਂਦਰ ਲੈਵਲ ਤੇ ਵੀ ਦੇਖਾਂਗੇ ਔਰ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਅਸੀਂ ਕਿਹੜੇ ਲੈਵਲ ਤੇ ਦੇਖਾਂਗੇ? ਰਾਜ ਪੱਧਰ ਤੇ ਵੀ ਦੇਖਾਂਗੇ। ਹੁਣ 1 ਬਾਈ 1 ਇਹਨਾਂ ਨੂੰ ਆਪਾਂ ਦੇਖਦੇ ਹਾਂ। 1 ਬਾਈ 1 ਇਹਨਾਂ ਨੂੰ ਆਪਾਂ ਸਟੱਡੀ ਕਰਦੇ ਹਾਂ। ਕਿਵੇਂ ਸਟੱਡੀ ਕਰਨਾ 1 ਬਾਈ 1? ਜਿਹੜੀ ਸਾਡੀ ਵਿਧਾਨ ਪਾਲਿਕਾ, ਇਹਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ? ਕਾਨੂੰਨ ਬਣਾਉਣਾ, ਲਾਅ ਮੇਕਿੰਗ। ਇਹਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ? ਕਾਨੂੰਨ ਬਣਾਉਣਾ ਹੈ, ਲਾਅ ਮੇਕਿੰਗ ਪ੍ਰੋਸੈਸ ਵਿਧਾਨ ਪਾਲਿਕਾ ਦੀ। ਕਾਰਜਪਾਲਿਕਾ ਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਹੈ? ਕਾਨੂੰਨ ਲਾਗੂ ਕਰਨਾ ਹੈ। ਕਾਰਜਪਾਲਿਕਾ ਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਹੈ? ਕਾਨੂੰਨ ਲਾਗੂ ਕਰਨਾ, ਇੰਪਲੀਮੈਂਟ ਕਰਨਾ। ਜਿਹੜੀ ਚੀਜ਼ ਲੈਜਿਸਲੇਚਰ ਨੇ ਬਣਾ ਕੇ ਦੇਤੀ, ਵਿਧਾਨ ਪਾਲਿਕਾ ਨੇ ਬਣਾ ਕੇ ਦੇਤਾ, ਉਹ ਕਾਨੂੰਨ ਨੂੰ ਲਾਗੂ ਕੌਣ ਕਰੂਗੀ? ਸਾਡੀ ਕਾਰਜਪਾਲਿਕਾ ਕਰੂਗੀ। ਤੇ ਤੀਜਾ ਨਿਆਂਪਾਲਿਕਾ, ਸਜ਼ਾ ਦੇਣਾ। ਸਜ਼ਾ ਦੇਣਾ ਪਲੱਸ ਕੀ ਕਰਨਾ ਹੈ ਕਿ ਵਿਧਾਨ ਪਾਲਿਕਾ ਨੇ ਸਹੀ ਕਾਨੂੰਨ ਬਣਾਇਆ ਕਿ ਨਹੀਂ ਬਣਾਇਆ, ਜਾਂ ਕਾਰਜਪਾਲਿਕਾ ਨੇ ਸਹੀ ਕਾਨੂੰਨ ਲਾਗੂ ਕੀਤਾ ਕਿ ਨਹੀਂ ਕੀਤਾ। ਇਸ ਚੀਜ਼ ਨੂੰ ਸ਼ੋਰ ਕੌਣ ਕਰਦੀ ਹੈ? ਸਾਡੇ ਦੇਸ਼ ਦੀ ਨਿਆਂਪਾਲਿਕਾ। ਸਾਡੇ ਦੇਸ਼ ਦੇ ਵਿੱਚ ਗਵਰਨਮੈਂਟ ਸਟਰਕਚਰ ਕਿੰਨੇ ਆਰਗਨ ਬੇਸ ਤੇ ਕੰਮ ਕਰਦਾ ਹੈ? 3 ਆਰਗਨ ਬੇਸ ਤੇ ਕੰਮ ਕਰਦਾ ਹੈ। ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਲੈਵਲ ਕਿੰਨੇ ਨੇ? ਪੱਧਰ ਕਿੰਨੇ ਨੇ? ਪੱਧਰ 2 ਨੇ। ਇੱਕ ਕੇਂਦਰ ਪੱਧਰ ਤੇ ਦੂਜਾ ਰਾਜ ਪੱਧਰ ਤੇ। ਇੱਕ ਸਟੇਟ ਲੈਵਲ ਤੇ ਦੂਜਾ ਸੈਂਟਰ ਲੈਵਲ ਤੇ। ਸਭ ਤੋਂ ਪਹਿਲਾਂ ਆਪਾਂ ਆਪਣੀ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਕਿਹੜੇ ਲੈਵਲ ਤੇ ਪੜ੍ਹਨਾ? ਕੇਂਦਰ ਲੈਵਲ ਤੇ ਪੜ੍ਹਨਾ। ਫਿਰ ਆਪਾਂ ਸਟੇਟ ਲੈਵਲ ਤੇ ਪੜ੍ਹਨ ਚੱਲਾਂਗੇ। ਹੁਣ ਯਾਦ ਰੱਖਣਾ, ਜੇ ਸਾਡੇ ਪੇਪਰ ਦੇ ਵਿੱਚ ਉੱਥੋਂ ਡਾਇਰੈਕਟ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਭਾਰਤ ਦੇ ਵਿੱਚ ਕਾਨੂੰਨ ਕੌਣ ਬਣਾਉਂਦਾ ਹੈ, ਭਾਰਤ ਦੇ ਵਿੱਚ ਕਾਨੂੰਨ ਬਣਾਉਣ ਵਾਲੀ ਬਾਡੀ ਨੂੰ ਕੀ ਕਹਿੰਦੇ ਆਪਾਂ? ਵਿਧਾਨ ਪਾਲਿਕਾ ਕਹਿੰਦੇ ਆ। ਭਾਰਤ ਵਿੱਚ ਕਾਨੂੰਨ ਲਾਗੂ ਕੌਣ ਕਰਦਾ ਹੈ? ਕਾਰਜਪਾਲਿਕਾ ਲਾਗੂ ਕਰਦਾ। ਭਾਰਤ ਦੇ ਵਿੱਚ ਜੁਡੀਸ਼ਰੀ ਸਿਸਟਮ ਨਿਆਂਪਾਲਿਕਾ ਹੁੰਦਾ ਹੈਗਾ। 1 ਬਾਈ 1 ਇਹਨਾਂ ਨੂੰ ਸਟੱਡੀ ਕਰਾਂਗੇ। ਹੁਣ ਦੱਸੋ ਇੱਥੋਂ ਤੱਕ ਸਮਝ ਆਇਆ? ਫਿਰ ਮੈਂ ਅੱਗੇ ਚੱਲਦੀ ਹਾਂ ਛੇਤੀ, ਫਾਸਟ ਕਮੈਂਟ ਸੈਕਸ਼ਨ ਦੇ ਵਿੱਚ। समझ आ रहा है स्ट्रक्चर? बड़ा ही इंटरेस्टिंग स्ट्रक्चर है, अच्छा लग रहा है, समझ आ रहा है? बस एक बार जस्ट थंबनेल दा सिंबल दे दो, आफ्टर दैट वी विल गो।
छेती छेती। हाँ जी, हाँ हाँ हाँ, बिल्कुल रिकॉर्ड हो रहा नाल दी नाल लैक्चर ते नाल दी नाल तुहानूं अवेलेबल हो जाऊगा। ठीक है, डेफिनेटली 4 बारी देख लो चाहिए, मजा आ रहा है, स्वाद आ जाऊगा पॉलिटिकल स्ट्रक्चर पढ़न का। वेरी गुड, ब्रिलियंटली गुड एवरीबडी। ठीक है, हाँ जी जी, चलो जी हुण आपां देखदे हां। हुण ध्यान नाल देखना, कानून बनाउणा, कानून लागू करना, सजा देना, विधान पालिका, कार्यपालिका, न्यायपालिका, केंद्र पੱਧਰ ਤੇ प्रैक्टिकली कित्थे हुंदियां ने। ध्यान नाल सुणना। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੇਂਦਰ ਦੀ, ਤੇ ਕੇਂਦਰ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਹਦੀ? ਵਿਧਾਨ ਪਾਲਿਕਾ ਦੀ। ਧਿਆਨ ਨਾਲ ਸਮਝਦੇ ਜਾਣਾ ਨਾਲ ਦੀ ਨਾਲ। ਵਿਧਾਨ ਪਾਲਿਕਾ ਕਿਹੜੇ ਲੈਵਲ ਤੇ? ਕੇਂਦਰ ਲੈਵਲ ਤੇ। ਵਿਧਾਨ ਪਾਲਿਕਾ ਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ? ਲੈਜਿਸਲੇਟਿਵ ਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ? ਕਾਨੂੰਨ ਬਣਾਉਣਾ ਹੈ, ਲਾਅ ਮੇਕਿੰਗ ਆ। ਠੀਕ ਹੈ, ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਕਾਨੂੰਨ ਬਣਾਉਣ ਦਾ ਮਤਲਬ ਕੀ ਹੁੰਦਾ ਹੈਗਾ? ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਕਾਨੂੰਨ ਬਣਾਉਣ ਦਾ ਮਤਲਬ ਕੀ ਹੁੰਦਾ? ਕਾਨੂੰਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਕਰਦੇ ਨੇ? ਆਪਣੇ ਪਿੱਛੇ ਜੇ ਸਾਲ 2 ਸਾਲ ਹੋ ਗਏ ਕਿਸਾਨੀ ਬਿੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀ। ਸਾਰਿਆਂ ਨੇ ਸੁਣਿਆ ਕਿਸਾਨੀ ਬਿੱਲ ਪਾਸ ਹੋ ਗਏ, ਬਿੱਲ ਪਾਸ ਹੋ ਗਏ, ਲਾਅ ਆ ਗਿਆ। ਹੁਣ ਤੁਸੀਂ ਇੱਕ ਸ਼ਬਦ ਦੇਖਦੇ ਹੋ, ਕਿਹੜਾ ਸ਼ਬਦ? ਬਿੱਲ। ਇੱਕ ਸ਼ਬਦ ਤੁਹਾਡੇ ਹਮੇਸ਼ਾ ਹੀ ਆਉਂਦਾ ਦਿਮਾਗ ਦੇ ਵਿੱਚ, ਕਿਹੜਾ ਸ਼ਬਦ? ਬਿੱਲ। ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਨਾ ਹੋਵੇ, ਉਹਦਾ ਇਨੀਸ਼ੀਅਲ ਪਹਿਲਾ ਸਟੈਪ ਕੀ ਹੈ? ਬਿੱਲ ਰੱਖਿਆ ਜਾਊਗਾ। ਜਿੰਨਾ ਸਮਾਂ ਬਿੱਲ ਸਾਡੇ ਦੇਸ਼ ਦੀ ਸੰਸਦ ਵਿੱਚੋਂ ਪਾਸ ਨਹੀਂ ਹੋਵੇਗਾ, ਉਹਨਾਂ ਸਮਾਂ ਸਾਡੇ ਦੇਸ਼ ਦੇ ਵਿੱਚ ਬਿੱਲ ਕੀ ਨਹੀਂ ਬਣਦਾ? ਕਾਨੂੰਨ ਨਹੀਂ ਬਣ ਪਾਊਗਾ। ਸੋ ਜਦੋਂ ਅਸੀਂ ਆਪਣੇ ਦੇਸ਼ ਦੀ ਵਿਧਾਨ ਪਾਲਿਕਾ, ਕਾਨੂੰਨ ਬਣਾਉਣ ਵਾਲੀ ਬਾਡੀ, ਜਿਹਨੂੰ ਅਸੀਂ ਕੀ ਕਹਿ ਦਿੰਨੇ ਆ? ਸੰਸਦ ਕਹਿ ਦਿੰਨੇ ਆ, ਜਿੰਨਾ ਸਮਾਂ ਅਸੀਂ ਸੰਸਦ ਵਿੱਚੋਂ ਬਿੱਲ ਪਾਸ ਨਹੀਂ ਕਰਦੇ, ਉਹਨਾਂ ਸਮਾਂ ਅਸੀਂ ਆਪਣੇ ਬਿੱਲ ਨੂੰ ਕੀ ਨਹੀਂ ਕਹਿ ਸਕਦੇ? ਕਾਨੂੰਨ ਨਹੀਂ ਕਹਿ ਸਕਦੇ, ਲਾਅ ਨਹੀਂ ਕਹਿ ਸਕਦੇ, ਜਾਂ ਕੋਈ ਵੀ ਐਕਟ ਨਹੀਂ ਕਹਿ ਸਕਦੇ। ਇਹ ਬਹੁਤ ਇੰਪੋਰਟੈਂਟ ਹੈ। ਹੁਣ ਤੁਹਾਡੇ ਪੇਪਰ ਦੇ ਵਿੱਚ ਇੱਕ ਇੱਥੋਂ ਬਹੁਤ ਇੰਪੋਰਟੈਂਟ ਸਵਾਲ ਪੁੱਛਿਆ ਜਾਂਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਵਿਧਾਨ ਪਾਲਿਕਾ ਦਾ ਕੰਮ ਕੀ ਹੈ? ਕਾਨੂੰਨ ਬਣਾਉਣਾ। ਤੇ ਸਾਡੇ ਦੇਸ਼ ਦੀ ਵਿਧਾਨ ਪਾਲਿਕਾ ਬਾਡੀ ਦਾ ਨਾਮ ਕੀ ਹੈ? ਪਾਰਲੀਮੈਂਟ ਹੈ, ਸੰਸਦ ਹੈ। ਬਹੁਤ ਇੰਪੋਰਟੈਂਟ। ਹਰੇਕ ਦੇਸ਼ ਦੇ ਵਿੱਚ ਅਲੱਗ ਤਰੀਕੇ ਦੇ ਨਾਮ ਨੇ। ਸਾਡੇ ਦੇਸ਼ ਦੇ ਵਿੱਚ ਵਿਧਾਨ ਪਾਲਿਕਾ ਦਾ ਨਾਮ ਕੀ ਹੈ? ਸੰਸਦ ਹੈ, ਵਿਚ ਇਜ਼ ਕਾਲਡ ਪਾਰਲੀਮੈਂਟ, ਵਿਚ ਇਜ਼ ਕਾਲਡ ਪਾਰਲੀਮੈਂਟ। ਸਾਡੇ ਦੇਸ਼ ਦੀ ਲੈਜਿਸਲੇਟਿਵ ਬਾਡੀ ਦਾ ਨਾਮ ਕੀ ਹੈ? ਪਾਰਲੀਮੈਂਟ ਹੈ। 2 ਸਵਾਲ ਇੱਥੋਂ ਨਿਕਲੇ ਆਉਂਦੇ ਨੇ, ਤਾਂ ਹੀ ਕਹਿਨੀ ਆ ਬਰੀਕੀ ਅੰਡਰਸਟੈਂਡ ਕਰੋਗੇ। ਠੀਕ ਹੈ ਜੀ, ठीक है, तो बरीकी अंडरस्टैंड करोगे तो डेफिनेटली चीज़ां तुहानूं पता लगन लग जाणियां। 2 सवाल इत्थों पूछे जाते हैं कि केंद्र पੱਧਰ ते कानून बनाउण वाली विधान पालिका का नाम की है? संसद है। साडे देश दे विच सेंटर लैवल ते कानून बनाउण वाली बाडी का नाम की है? संसद। तुसीं सारिआं ने सुणिआ पार्लीमेंट। इहनूं आपां अगे जाके डिटेल च बहुत ज़्यादा पढ़ांगे। 3 लैक्चर कल्ली पार्लीमेंट ते है। पार्लीमेंट दे किन्ने ऑर्गन ने? पार्लीमेंट किन्ने ऑर्गन दे विच वंडी हुई है? 3 ऑर्गनस दे विच वंडी हुई है। किहड़े-किहड़े 3 ऑर्गन ने? लोक सभा। किहड़े-किहड़े 3 ऑर्गन ने? लोक सभा। दूजे नंबर ते किहड़ा राजे? राज सभा। ते तीजे नंबर ते किहड़ा राजे? राष्ट्रपति। तीजे नंबर ते किहड़ा है? राष्ट्रपति। सानू सारिआं नूं पता है। लोक सभा भी असीं सुणी है, राज सभा भी असीं सुणी है, ते राष्ट्रपति भी असीं सुणिआ। दिस इज लोक सभा, इंग्लिश एंड पंजाबी विल बी सेम। दिस इज राज्य सभा, इंग्लिश एंड पंजाबी विल बी सेम। एंड दिस इज प्रेजिडेंट ऑफ इंडिया। साडे देश दे विच जदों कदे भी कानून बनना आ ਤਾਂ ਸਾਡੇ ਦੇਸ਼ ਦੀ ਪਾਰਲੀਮੈਂਟ ਭਾਵ ਕੇ ਲੋਕ ਸਭਾ ਚੋਂ ਪਾਸ ਹੋਵੇ, ਰਾਜ ਸਭਾ ਚੋਂ ਪਾਸ ਹੋਵੇ, ਰਾਸ਼ਟਰਪਤੀ ਸਾਈਨ ਕਰੇ, ਫਿਰ ਹੀ ਸਾਡੇ ਦੇਸ਼ ਦੇ ਵਿੱਚ ਬਿੱਲ ਇੱਕ ਕੀ ਬਣ ਸਕਦਾ ਹੈ? ਕਾਨੂੰਨ ਬਣ ਸਕਦਾ ਹੈ। ਹੁਣ ਉਸ ਤੋਂ ਬਾਅਦ ਫਿਰ ਇੱਦਾਂ ਅੱਗੇ ਜਾ ਕੇ ਡਿਟੇਲ ਸ਼ੁਰੂ ਹੋ ਜਾਂਦੀ ਹੈ। ਡਿਟੇਲ ਆਪਾਂ ਇੱਥੇ ਨਹੀਂ ਪੜ੍ਹਨੀ, ਇੱਥੇ ਜਸਟ ਆਪਾਂ ਇੰਟਰੋਡਕਸ਼ਨ ਕਰਨੀ ਹੈ। ਡਿਟੇਲ ਬਿੱਲਾਂ ਦਾ ਵੀ ਟੌਪਿਕ ਹੈ। ਜਦੋਂ ਅਸੀਂ ਬਿੱਲਾਂ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦੇ ਵਿੱਚ 4 ਤਰੀਕੇ ਦੇ ਬਿੱਲ ਨੇ। ਸਧਾਰਨ ਬਿੱਲ ਹੈ, ਮਨੀ ਬਿੱਲ ਹੈ, ਵਿੱਤ ਬਿੱਲ ਹੈ ਤੇ ਸੋਧ ਬਿੱਲ ਹੈ।
ਕਿਹੜਾ ਬਿੱਲ ਪਹਿਲਾਂ ਲੋਕ ਸਭਾ 'ਚ ਰੱਖਿਆ ਜਾਊਗਾ, ਕਿਹੜਾ ਬਿੱਲ ਪਹਿਲਾਂ ਰਾਜ ਸਭਾ 'ਚ ਰੱਖਿਆ ਜਾਊਗਾ, ਕਿਹੜੇ ਬਿੱਲ ਵਾਸਤੇ ਸਾਨੂੰ ਪਹਿਲਾਂ ਰਾਸ਼ਟਰਪਤੀ ਦੀ ਰეკਮੈਂਡੇਸ਼ਨ ਦੀ ਜ਼ਰੂਰਤ ਪਊਗੀ, ਇਹ ਅੱਗੇ ਜਾ ਕੇ ਡਿਟੇਲ ਆਊਗੀ। ਇੱਥੇ ਸਿਰਫ ਅਸੀਂ ਇਹ ਚੀਜ਼ ਅੰਡਰਸਟੈਂਡ ਕਰਨੀ ਹੈ ਕਿ ਕੇਂਦਰ ਲੈਵਲ ਤੇ ਜਿਹੜੀ ਸਾਡੀ ਵਿਧਾਨ ਪਾਲਿਕਾ ਹੈ, ਕੇਂਦਰ ਲੈਵਲ ਤੇ ਜਿਹੜਾ ਕਾਨੂੰਨ ਬਣਾਉਣ ਦਾ ਕੰਮ ਆ, ਉਹ ਸਾਡੇ ਦੇਸ਼ ਦੇ ਵਿੱਚ ਬਾਡੀ ਦਾ ਨਾਮ ਕੀ ਹੈ? ਸੰਸਦ ਆ, ਪਾਰਲੀਮੈਂਟ ਹੈ। ਔਰ ਸੰਸਦ ਪਾਰਲੀਮੈਂਟ ਦੇ ਕਿੰਨੇ ਆਰਗਨ ਨੇ? 3 ਆਰਗਨ ਨੇ, ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ। ਹੇਠਲਾ ਸਦਨ, ਉੱਪਰਲਾ ਸਦਨ, ਪ੍ਰੈਜ਼ੀਡੈਂਟ। ਪੜਾਂਗੇ ਡਿਟੇਲ 'ਚ ਜਾ ਕੇ ਪੜਾਂਗੇ ਚੀਜ਼ਾਂ। ਭਾਰਤ ਦੇ ਵਿੱਚ ਵਿਧਾਨ ਪਾਲਿਕਾ ਦਾ ਨਾਮ ਸੰਸਦ ਹੋਊਗਾ। ਜਦ ਭਾਰਤ ਦੀ ਵਿਧਾਨ ਪਾਲਿਕਾ ਦਾ ਨਾਮ ਸੰਸਦ ਹੈ, ਇਹ ਚੀਜ਼ ਆਪਾਂ ਕਿਹੜੇ ਦੇਸ਼ ਤੋਂ ਕਾਪੀ ਕੀਤੀ ਹੈ? ਇੰਗਲੈਂਡ ਤੋਂ ਕਾਪੀ ਕੀਤੀ। ਅੱਗੇ ਜਾ ਕੇ ਆਪਾਂ ਭਾਰਤੀ ਸੰਵਿਧਾਨ ਦੇ ਸੋਮੇ ਪੜਾਂਗੇ, ਉੱਥੇ ਆਪਾਂ ਦੇਖਾਂਗੇ ਕਿ ਰਾਸ਼ਟਰਪਤੀ ਕਿੱਥੋਂ ਲਿਆਂਦਾ ਹੈ, ਸੰਸਦ ਕਿੱਥੋਂ ਲਿਆਂਦੀ ਹੈ, ਸੁਪਰੀਮ ਕੋਰਟ ਕਿੱਥੋਂ ਲਿਆਂਦੀ ਆ, ਮੌਲਿਕ ਅਧਿਕਾਰ ਕਿੱਥੋਂ ਲਿਆਂਦੇ ਨੇ। ਫਿਲਹਾਲ ਦੇ ਲਈ ਜਸਟ ਇੰਨਾ ਯਾਦ ਰੱਖਣਾ ਹੈ ਕਿ ਭਾਰਤ ਵਿੱਚ ਕਾਨੂੰਨ ਬਣਾਉਣ ਵਾਲੀ ਬਾਡੀ ਦਾ ਨਾਮ ਵਿਧਾਨ ਪਾਲਿਕਾ, ਜਾਂ ਵਿਧਾਨ ਪਾਲਿਕਾ ਦਾ ਕੰਮ ਕਾਨੂੰਨ ਬਣਾਉਣਾ ਹੈ ਤੇ ਉਹਦਾ ਨਾਂ ਕੀ ਆ? ਪਾਰਲੀਮੈਂਟ, ਸੰਸਦ ਹੈ। ਸੰਸਦ ਦੇ 3 ਆਰਗਨ ਨੇ। ਜਿੰਨਾ ਸਮਾਂ ਸਾਡੇ ਦੇਸ਼ ਦੇ ਵਿੱਚ ਕੋਈ ਵੀ ਬਿੱਲ ਕਿੱਥੇ ਪਾਸ ਨਹੀਂ ਹੁੰਦਾ, ਪਾਰਲੀਮੈਂਟ 'ਚ ਪਾਸ ਨਹੀਂ ਹੁੰਦਾ, ਉਹਨਾਂ ਸਮਾਂ ਉਹ ਬਿੱਲ ਕੀ ਨਹੀਂ ਬਣ ਸਕਦਾ? ਕਾਨੂੰਨ ਨਹੀਂ ਬਣ ਸਕਦਾ। ਇੰਨਾ ਪੁਆਇੰਟ ਸਮਝ ਆਇਆ ਸਭ ਨੂੰ? ਜਦੋਂ ਅਸੀਂ ਲੋਕ ਸਭਾ ਦੀ ਗੱਲ ਕਰਦੇ ਹਾਂ, ਥੋੜਾ ਜਿਹਾ ਇੱਥੇ ਹੋਰ ਡਿਟੇਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰ ਲਓ, ਅੱਗੇ ਜਾ ਕੇ ਸਮਝਣ ਦੇ ਵਿੱਚ ਮੁਸ਼ਕਲ ਨਹੀਂ ਆਉਣੀ। ਜਦੋਂ ਅਸੀਂ ਲੋਕ ਸਭਾ ਦੀ ਗੱਲ ਕਰਦੇ ਹਾਂ, ਲੋਕ ਸਭਾ ਦੇ ਮੈਂਬਰਾਂ ਨੂੰ ਅਸੀਂ ਕਹਿੰਦੇ ਹਾਂ MP, ਮੈਂਬਰ ਆਫ ਪਾਰਲੀਮੈਂਟ। ਰਾਜ ਸਭਾ ਦੇ ਮੈਂਬਰਾਂ ਨੂੰ ਵੀ ਅਸੀਂ ਕੀ ਕਹਿੰਦੇ ਆ? MP, ਮੈਂਬਰ ਆਫ ਪਾਰਲੀਮੈਂਟ। ਕਨਫਿਊਜ਼ ਨਹੀਂ ਹੋਣਾ, ਲੋਕ ਸਭਾ ਦੇ ਮੈਂਬਰ ਵੀ MP ਨੇ ਤੇ ਰਾਜ ਸਭਾ ਦੇ ਮੈਂਬਰ ਵੀ ਕੀ ਨੇ? MP ਹੀ ਨੇ। ਠੀਕ ਹੈ, ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਨੇ। MLA ਕੌਣ ਨੇ? ਅੱਗੇ ਜਾ ਕੇ ਦੱਸੂਗੀ। MLA ਹੁੰਦੇ ਨੇ ਵਿਧਾਨ ਸਭਾਵਾਂ ਦੇ ਮੈਂਬਰ, MLC ਹੁੰਦੇ ਨੇ ਵਿਧਾਨ ਪ੍ਰੀਸ਼ਦਾਂ ਦੇ ਮੈਂਬਰ। ਠੀਕ ਹੈ, ਇੱਥੇ ਜਸਟ ਅੰਡਰਸਟੈਂਡ ਕਰਨਾ ਹੈ, ਲੋਕ ਸਭਾ ਦੇ ਮੈਂਬਰਾਂ ਨੂੰ ਵੀ ਅਸੀਂ MP ਕਹਿੰਦੇ ਆ, ਰਾਜ ਸਭਾ ਦੇ ਮੈਂਬਰਾਂ ਨੂੰ ਵੀ ਅਸੀਂ MP ਕਹਿੰਦੇ ਆ। ਜੇ ਅਸੀਂ ਪ੍ਰੈਜ਼ੈਂਟ ਦੇਖੀਏ, ਅੱਜ ਦੇਖੀਏ, ਤਾਂ ਸਾਡੇ ਲੋਕ ਸਭਾ ਦੇ ਵਿੱਚ ਟੋਟਲ ਕਿੰਨੇ MP ਨੇ? 543 MP ਨੇ। ਤੇ ਰਾਜ ਸਭਾ ਦੇ ਵਿੱਚ ਟੋਟਲ ਕਿੰਨੇ MP ਨੇ? 245 MP ਨੇ। ਜੇ ਅਸੀਂ ਪ੍ਰੈਜ਼ੈਂਟ ਦੇਖੀਏ, ਮੌਜੂਦਾ ਗੱਲ ਕਰੀਏ ਭਾਰਤ ਦੀ, ਤਾਂ ਸਾਡੇ ਦੇਸ਼ ਦੇ ਵਿੱਚ ਲੋਕ ਸਭਾ 543 MP ਨੇ ਤੇ ਰਾਜ ਸਭਾ ਕਿੰਨੇ MP ਨੇ? 245। ਔਰ ਬਹੁਤ ਇੰਪੋਰਟੈਂਟ, ਬਹੁਤ ਇੰਪੋਰਟੈਂਟ। ਕੀ ਇੰਪੋਰਟੈਂਟ ਹੈ? ਧਿਆਨ ਨਾਲ ਸੁਣਨਾ ਹੈਗਾ। ਸਾਡੇ ਦੇਸ਼ ਦੇ ਵਿੱਚ ਸਰਕਾਰ ਕਿਹੜੇ ਸਦਨ ਦੇ ਵਿੱਚ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਲੋਕ ਸਭਾ ਦੇ ਵਿੱਚ ਜਿੱਤੀ ਹੋਈ ਪਾਰਟੀ ਦੀ ਸਾਡੇ ਦੇਸ਼ ਦੇ ਵਿੱਚ ਕੀ ਬਣਦੀ ਹੈ? ਸਰਕਾਰ ਬਣਦੀ ਹੈ। ਕਦੇ ਰਾਜ ਸਭਾ 'ਚ ਜਿੱਤੀ ਹੋਈ ਪਾਰਟੀ ਦੀ ਸਰਕਾਰ ਨਹੀਂ ਬਣਦੀ, ਕਿਉਂਕਿ ਰਾਜ ਸਭਾ ਦੀਆਂ ਤਾਂ ਵੋਟਾਂ ਹੀ ਨਹੀਂ ਅਸੀਂ ਕਰਕੇ, ਜਾਂ ਰਾਜ ਸਭਾ ਦੀਆਂ ਤਾਂ ਵੋਟਾਂ ਹੀ ਨਹੀਂ ਪੈਂਦੀਆਂ ਸਾਡੇ ਦੇਸ਼ ਦੇ ਵਿੱਚ, ਸਿੱਧੇ ਤੌਰ ਤੇ MP ਚੁਣੇ ਹੀ ਨਹੀਂ ਜਾਂਦੇ। ਸਾਡੇ ਦੇਸ਼ ਦੇ ਵਿੱਚ ਸਰਕਾਰ, ਕੇਂਦਰ ਸਰਕਾਰ, ਸਾਡੇ ਦੇਸ਼ ਦੇ ਵਿੱਚ ਸੈਂਟਰ ਗਵਰਨਮੈਂਟ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਲੋਕ ਸਭਾ। ਪ੍ਰੈਜ਼ੈਂਟ ਸਾਡੇ ਦੇਸ਼ ਦੇ ਵਿੱਚ ਕਿੰਨਵੀਂ ਲੋਕ ਸਭਾ ਚੱਲ ਰਹੀ ਹੈ? 17ਵੀਂ ਲੋਕ ਸਭਾ ਚੱਲ ਰਹੀ ਹੈ। ਕਿਹੜੀ ਸਰਕਾਰ ਹੈ ਪ੍ਰੈਜ਼ੈਂਟ ਸਾਡੇ ਦੇਸ਼ ਦੇ ਵਿੱਚ? BJP। ਕਦੋਂ ਵੋਟਾਂ ਪਈਆਂ ਸੀ? 2019 ਦੇ ਵਿੱਚ। 5 ਸਾਲ ਵਾਸਤੇ ਸਰਕਾਰ ਚੁਣੀ ਜਾਂਦੀ ਹੈ। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ। ਕਦੋਂ ਤੱਕ ਚੱਲੂਗੀ? 2024 ਤੱਕ। ਦੁਬਾਰਾ ਵੋਟਾਂ ਆਉਣ ਵਾਲੀਆਂ 2024 ਚ। ਇਹ ਸੈਂਟਰ ਸਰਕਾਰ ਬਣਦੀ ਹੈ 5 ਸਾਲ ਵਾਸਤੇ। ਕਿੱਥੇ ਜਿੱਤੀ ਹੋਈ ਪਾਰਟੀ ਦੀ? ਲੋਕ ਸਭਾ। ਸਾਡੇ ਦੇਸ਼ ਦੇ ਵਿੱਚ ਪੋਲੀਟੀਕਲ ਸਟਰਕਚਰ ਆ, ਪਾਰਟੀ ਸਿਸਟਮ ਹੈ, ਬਹੁ ਪਾਰਟੀ ਸਿਸਟਮ ਹੈ, ਬਹੁ ਦਲ ਸਿਸਟਮ ਹੈ। 8 ਪਾਰਟੀਆਂ ਨੈਸ਼ਨਲ ਲੈਵਲ ਤੇ ਰਜਿਸਟਰਡ ਨੇ। ਕਾਂਗਰਸ ਹੈ, BJP ਹੈ, BSP ਹੈ। ਠੀਕ ਹੈ, ਤਾਂ ਉਹ ਆਪਾਂ ਅੱਗੇ ਜਾ ਕੇ ਸਾਰਾ ਕੁਝ ਡਿਟੇਲ ਦੇ ਵਿੱਚ ਪੜਾਂਗੇ। ਇੱਥੇ ਤੁਹਾਨੂੰ ਇਹ ਚੀਜ਼ਾਂ ਸਮਝ ਆਉਣੀਆਂ ਜ਼ਰੂਰੀ ਨੇ। ਹੁਣ ਆਪਾਂ ਆਪਣੀ ਕੇਂਦਰ ਲੈਵਲ ਤੇ ਵਿਧਾਨ ਪਾਲਿਕਾ ਪੜ੍ਹ ਲਈ। ਹੁਣ ਆਪਾਂ ਆਪਣੀ ਕੇਂਦਰ ਲੈਵਲ ਤੇ ਕੀ ਪੜਾਂਗੇ? ਕਾਰਜਪਾਲਿਕਾ ਪੜਾਂਗੇ। ਕੇਂਦਰ ਲੈਵਲ ਤੇ ਆਪਾਂ ਆਪਣਾ ਐਗਜ਼ੀਕਿਊਟਿਵ ਸਟਰਕਚਰ ਪੜਾਂਗੇ। ਠੀਕ ਹੈ, ਹੁਣ ਆਪਾਂ ਨੂੰ ਪਤਾ ਲੱਗ ਗਿਆ ਵਿਧਾਨ ਪਾਲਿਕਾ ਨੇ ਕਾਨੂੰਨ ਬਣਾ ਕੇ ਦੇਤਾ, ਵਿਧਾਨ ਪਾਲਿਕਾ ਦੀ ਸਿਰਦਰਦੀ ਖਤਮ। ਵਿਧਾਨ ਪਾਲਿਕਾ ਕਹਿੰਦੀ ਵੀ ਚੱਕੋ ਕਾਨੂੰਨ, ਆਹ ਕਾਨੂੰਨ ਲਾਗੂ ਕਰਨਾ ਹੁਣ ਤੁਸੀਂ। ਤਾਂ ਬਸ ਆਪਣੇ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਦਾ ਮਤਲਬ ਕੌਣ ਕਰੂਗੀ? ਕਾਰਜਪਾਲਿਕਾ। ਤੇ ਬੰਦੇ ਕੌਣ ਨੇ ਕਾਨੂੰਨ ਲਾਗੂ ਕਰਨ ਵੇਲੇ? ਬੰਦੇ ਕੌਣ ਬੈਠੇ ਨੇ? ਹੁਣ ਤੁਸੀਂ ਇੱਕ ਚੀਜ਼ ਧਿਆਨ ਨਾਲ ਸੁਣੀ ਹੋਣੀ ਹੈ, ਇੱਕ ਪੁਆਇੰਟ ਤੁਸੀਂ ਧਿਆਨ ਨਾਲ ਸੁਣਿਆ ਹੋਣਾ, ਕੈਬਨਿਟ ਮੰਤਰੀ। ਸਭ ਨੇ ਸੁਣਿਆ, ਤੁਸੀਂ ਵੀ ਸੁਣਿਆ ਡੈਫੀਨੇਟਲੀ। ਸਾਡੇ ਦੇਸ਼ ਦਾ ਸਿੱਖਿਆ ਮੰਤਰੀ, ਸਾਡੇ ਦੇਸ਼ ਦਾ ਸਿਹਤ ਮੰਤਰੀ, ਸਾਡੇ ਦੇਸ਼ ਦਾ ਰੇਲਵੇ ਮੰਤਰੀ, ਸਾਡੇ ਦੇਸ਼ ਦਾ ਫਾਈਨਾਂਸ ਮਿਨਿਸਟਰ, ਸਾਡੇ ਦੇਸ਼ ਦਾ ਹੋਮ ਮਿਨਿਸਟਰ, ਸੁਣੇ ਨੇ ਨਾ ਮਿਨਿਸਟਰ। ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਬਣਦੀ ਹੈ, ਇੱਕ ਚੀਜ਼ ਇੱਧਰ ਸਾਈਡ ਤੇ ਸਮਝਣੀ ਹੈ, ਸਰਕਾਰ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣੂਗੀ? ਲੋਕ ਸਭਾ। ਜਦੋਂ ਵੀ ਸਰਕਾਰ ਬਣਦੀ ਹੈ ਤਾਂ ਲੋਕ ਸਭਾ ਦਾ ਨੇਤਾ ਸਾਡੇ ਦੇਸ਼ ਦੇ ਵਿੱਚ ਕਿਹਨੂੰ ਚੁਣਿਆ ਜਾਂਦਾ? ਪ੍ਰਧਾਨ ਮੰਤਰੀ ਨੂੰ। ਜਿਹੜੀ ਜਿੱਤੀ ਹੋਈ ਪਾਰਟੀ ਹੈ ਉਹਦਾ ਲੀਡਰ ਕੌਣ ਹੁੰਦਾ? ਜਿੱਤੀ ਹੋਈ ਪਾਰਟੀ ਨੂੰ ਲੀਡ ਕੌਣ ਕਰਦਾ ਹੈ? ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਆਪਣੇ ਅੰਡਰ ਇੱਕ ਟੀਮ ਚੁਣਦਾ।
ਕਿ ਅੱਡ-ਅੱਡ ਵਿਭਾਗਾਂ ਨੂੰ ਕੰਟਰੋਲ ਕਰਨ ਵਾਸਤੇ, ਤੇ ਉਸ ਟੀਮ ਨੂੰ ਅਸੀਂ ਕਿਹੜੇ ਮੰਤਰੀ ਕਹਿ ਦਿੰਨੇ ਆ? ਕੈਬਨਿਟ ਮੰਤਰੀ ਕਹਿ ਦਿੰਨੇ ਆ। ਉਸ ਟੀਮ ਨੂੰ ਅਸੀਂ ਕਿਹੜੇ ਮੰਤਰੀ ਕਹਿ ਦਿੰਨੇ ਆ? ਕੈਬਨਿਟ ਮੰਤਰੀ ਕਹਿ ਦਿੰਨੇ ਆ। ਤੇ ਜਿਹੜੇ ਇਹ ਕੈਬਨਿਟ ਮੰਤਰੀ ਨੇ, ਇਹੀ ਸਾਡੇ ਦੇਸ਼ ਦੀ ਕਾਰਜਪਾਲਿਕਾ ਹੈ। ਜਿਹੜੇ ਸਾਡੇ ਕੈਬਨਿਟ ਮੰਤਰੀ ਨੇ, ਇਹੀ ਸਾਡੇ ਦੇਸ਼ ਦੀ ਕੀ ਹੈ? ਕਾਰਜਪਾਲਿਕਾ। ਤਾਂ ਇਹਦੇ ਚ ਕਾਰਜਪਾਲਿਕਾ ਦੇ ਵਿੱਚ ਆਪਾਂ ਕੀ ਮੰਨ ਲਏ? ਮਿਨਿਸਟਰ ਮੰਨ ਲਏ ਕਿ ਇੱਕ ਤਾਂ ਭਾਈ ਸਾਡੇ ਦੇਸ਼ ਦੇ ਮਿਨਿਸਟਰਸ ਨੇ, ਦੂਸਰਾ ਇਹਦੇ ਨਾਲ ਕੌਣ ਹੁੰਦੇ ਨੇ? ਗਵਰਨਮੈਂਟ ਆਫੀਸ਼ੀਅਲਸ ਹੁੰਦੇ ਨੇ। ਗਵਰਨਮੈਂਟ ਆਫੀਸ਼ੀਅਲਸ, ਜਦੋਂ ਤੁਸੀਂ ਡਿਪਾਰਟਮੈਂਟ ਵਾਈਜ਼ ਕੰਮ ਕਰਦੇ ਹੋ ਤਾਂ ਤੁਹਾਡੇ ਅਫਸਰ ਤਾਂ ਜ਼ਰੂਰ ਹੁੰਦੇ ਨੇ। ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹਾਇਰ ਆਫੀਸਰ ਕੌਣ ਹੁੰਦੇ ਨੇ? UPSC ਵਾਲੇ ਬੰਦੇ, IAS ਆਫੀਸਰ, IPS ਆਫੀਸਰ, ਐਡਮਿਨਿਸਟ੍ਰੇਟਿਵ ਸਿਸਟਮ ਦੇ ਹੈਡ IAS ਆਫੀਸਰ ਹੈ, ਪੁਲਿਸ ਡਿਪਾਰਟਮੈਂਟ ਦੇ ਹੈਡ IPS ਆਫੀਸਰ ਹੈ। ਫਿਰ ਇੱਕ ਸਟੇਟ ਲੈਵਲ ਤੇ ਵੀ ਇਹ ਸਟਰਕਚਰ ਚੱਲਦਾ ਹੈਗਾ। ਜਦੋਂ ਆਪਾਂ ਸਾਡੇ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੇ ਆ, ਮਿਨਿਸਟਰਸ ਤੇ ਗਵਰਨਮੈਂਟ ਆਫੀਸ਼ੀਅਲਸ ਮਿਲ ਕੇ ਆਪਸ ਦੇ ਵਿੱਚ ਕਾਨੂੰਨ ਨੂੰ ਕੀ ਕਰਦੇ ਨੇ? ਲਾਗੂ ਕਰਦੇ ਨੇ। ਬਿੱਲ ਕਿਤੇ ਵੀ ਜਦੋਂ ਅਸੀਂ ਬਿੱਲ ਦੀ ਗੱਲ ਕਰਦੇ ਹਾਂ, ਵਿਧਾਨ ਪਾਲਿਕਾ ਨੇ ਬਿੱਲ ਬਣਾ ਕੇ ਦੇਤਾ, ਬਿੱਲ ਪਾਸ ਕਰਤਾ, ਬਿੱਲ ਲੋਕ ਸਭਾ ਚੋਂ ਪਾਸ, ਰਾਜ ਸਭਾ ਚੋਂ ਪਾਸ, ਰਾਸ਼ਟਰਪਤੀ ਵੱਲੋਂ ਪਾਸ, ਬਿੱਲ ਬਣ ਗਿਆ ਕਾਨੂੰਨ, ਬਿੱਲ ਬਣ ਗਿਆ ਐਕਟ। ਹੁਣ ਸਾਰੀ ਜ਼ਿੰਮੇਵਾਰੀ ਕਿਹਦੇ ਕੋਲੇ ਆ ਗਈ? ਕਾਰਜਪਾਲਿਕਾ ਕੋਲੇ। ਖੇਤੀਬਾੜੀ ਰਿਲੇਟਡ ਬਿੱਲ ਸੀ, ਤੁਸੀਂ ਦੋ ਬੰਦਿਆਂ ਦੇ ਨਾਮ ਸੁਣੇ ਨੇ। ਜਦੋਂ ਖੇਤੀਬਾੜੀ ਬਿੱਲਾਂ ਦੀ ਗੱਲ ਹੋਈ ਹੈ, ਦੋ ਬੰਦਿਆਂ ਦੇ ਨਾਮ ਸੁਣੇ ਨੇ, ਇੱਕ ਮੋਦੀ ਤੇ ਦੂਜਾ ਤੋਮਰ। ਤੋਮਰ ਕਿਉਂ ਇੰਨਾ ਖਬਰਾਂ 'ਚ ਸੀ? ਤੋਮਰ ਐਗਰੀਕਲਚਰ ਮਿਨਿਸਟਰ ਸੀ। ਜਿਹੜਾ ਵੀ ਕਾਨੂੰਨ ਬਣ ਗਿਆ ਉਹਨੂੰ ਲਾਗੂ ਤਾਂ ਉਹੀ ਬੰਦਾ ਕਰੂ ਜਿਹਦੇ ਡਿਪਾਰਟਮੈਂਟ ਦਾ ਕਾਨੂੰਨ ਆ। ਜੇ ਸਿੱਖਿਆ ਰਿਲੇਟਡ ਕਾਨੂੰਨ ਆ ਤਾਂ ਸਿੱਖਿਆ ਮੰਤਰੀ, ਜੇ ਖੇਤੀਬਾੜੀ ਰਿਲੇਟਡ ਕਾਨੂੰਨ ਆ ਤਾਂ ਖੇਤੀਬਾੜੀ ਮੰਤਰੀ, ਜੇ ਸਿਹਤ ਰਿਲੇਟਡ ਕਾਨੂੰਨ ਆ ਤਾਂ ਸਿਹਤ ਮੰਤਰੀ। ਕਾਨੂੰਨ ਲਾਗੂ ਕਰਨ ਦਾ ਜ਼ਿੰਮਾ ਸਾਡੇ ਦੇਸ਼ ਦੀ ਕਾਰਜਪਾਲਿਕਾ ਕੋਲੇ ਆ, ਜਿਹਦੇ ਵਿੱਚ ਮਿਨਿਸਟਰਸ ਬੈਠੇ ਹੁੰਦੇ ਨੇ ਤੇ ਜਿਹਦੇ ਵਿੱਚ ਗਵਰਨਮੈਂਟ ਆਫੀਸ਼ੀਅਲਸ ਬੈਠੇ ਹੁੰਦੇ ਨੇ। ਫਿਰ ਇਹ ਡਿਪਾਰਟਮੈਂਟ ਦੇ ਵਿੱਚ ਡਾਊਨ ਲੈਵਲ ਤੱਕ, ਥੱਲੋਂ ਤੱਕ ਕਾਨੂੰਨ ਬਣਾ ਕੇ ਕੀ ਕਰਦੇ ਨੇ? ਭੇਜਦੇ ਨੇ, ਤੇ ਕਾਨੂੰਨ ਡਿਪਾਰਟਮੈਂਟ ਦੇ ਵਿੱਚ ਲਾਗੂ ਹੋ ਜਾਂਦਾ ਹੈਗਾ। ਇੰਨਾ ਪੁਆਇੰਟ ਸਮਝ ਆਇਆ? ਕਮੈਂਟ ਸੈਕਸ਼ਨ ਦੇ ਵਿੱਚ ਆਓ ਛੇਤੀ ਛੇਤੀ, ਬਸ ਇੱਕ ਥੰਬਨੇਲ ਕਰ ਦਿਆ ਕਰੋ ਵੀ ਹੋ ਗਿਆ ਜੀ। ਵੈਰੀ ਗੁੱਡ, ਠੀਕ ਹੈ ਜੀ। ਤੇ ਹੁਣ ਆਪਣੇ ਕੋਲੇ ਤੀਜੀ ਬਾਡੀ ਕਿਹੜੀ ਸੀ? ਨਿਆਂਪਾਲਿਕਾ। ਤੀਜੀ ਬਾਡੀ ਕਿਹੜੀ ਸੀ ਆਪਣੇ ਕੋਲੇ? ਨਿਆਂਪਾਲਿਕਾ। ਹੁਣ ਨਿਆਂਪਾਲਿਕਾ ਇਹਨਾਂ ਦੋਵਾਂ ਨਾਲੋਂ ਤਕੜੀ ਹੈ। ਨਿਆਂਪਾਲਿਕਾ ਕਹਿੰਦੀ ਵੀ ਜੇ ਕਿਤੇ ਮੈਨੂੰ ਕਿਸੇ ਤਰੀਕੇ ਦੀ ਗੜਬੜੀ ਲੱਗੀ, ਵੀ ਵਿਧਾਨ ਪਾਲਿਕਾ ਨੇ ਕਾਨੂੰਨ ਉਹ ਬਣਾਤਾ ਜਿਹੜਾ ਸੰਵਿਧਾਨ ਨਹੀਂ ਕਹਿੰਦਾ। ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਉਹੀ ਕਾਨੂੰਨ ਬਣਾ ਕੇ ਲਾਗੂ ਕਰ ਸਕਦੀਆਂ ਨੇ ਜਿਹੜਾ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਲਿਖਿਆ ਜਾਂਦਾ ਹੈ, ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਵਿੱਚ ਮੈਂਸ਼ਨ ਕੀਤਾ ਜਾਂਦਾ। ਆਪਣੀ ਮਰਜ਼ੀ ਨਹੀਂ ਚੱਲਦੀ, ਆਪਣੀ ਮਰਜ਼ੀ ਨਾਲ ਨਹੀਂ ਕੁਝ ਹੁੰਦਾ। ਜਿਹੜੀ ਚੀਜ਼ ਸਾਡੇ ਸੰਵਿਧਾਨ ਨੇ ਕਹੀ ਹੈ ਉਹੀ ਚੀਜ਼ ਵਿਧਾਨ ਪਾਲਿਕਾ ਬਣਾਊਗੀ ਤੇ ਉਹੀ ਚੀਜ਼ ਕਾਰਜਪਾਲਿਕਾ ਲਾਗੂ ਕਰੂਗੀ। ਫਿਰ ਇਹ ਚੀਜ਼ ਦੇਖੂਗਾ ਕੌਣ ਕਿ ਵੀ ਇਹ ਸੰਵਿਧਾਨ ਦੇ ਅਨੁਸਾਰ ਹੋਇਆ ਕਿ ਨਹੀਂ ਹੋਇਆ? ਇਹ ਚੀਜ਼ ਕੌਣ ਦੇਖੂਗਾ? ਸਾਡੇ ਦੇਸ਼ ਦੀ ਨਿਆਂਪਾਲਿਕਾ, ਜਿਹਨੂੰ ਤੁਸੀਂ ਕੀ ਕਹਦੇ ਹੋ? ਸਾਡੇ ਦੇਸ਼ ਦੀ ਜੁਡੀਸ਼ਰੀ। ਨਿਆਂਪਾਲਿਕਾ ਦੇ ਸਿਖਰ ਤੇ ਕੌਣ ਹੈ? ਸੁਪਰੀਮ ਕੋਰਟ। ਨਿਆਂਪਾਲਿਕਾ ਦੇ ਸਿਖਰ ਤੇ ਕੌਣ ਹੈ? ਸੁਪਰੀਮ ਕੋਰਟ, ਸਰਵਉੱਚ ਅਦਾਲਤ। ਸੁਪਰੀਮ ਕੋਰਟ ਭਾਰਤ ਦੇ ਵਿੱਚ ਇੱਕ ਸੁਪਰੀਮ ਕੋਰਟ ਹੈ ਜਿਹਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ। ਸਟੇਟ ਲੈਵਲ ਤੇ ਹਾਈ ਕੋਰਟ ਹੁੰਦੀ ਹੈ, ਸੈਂਟਰ ਲੈਵਲ ਤੇ ਕੀ ਹੁੰਦੀ ਹੈ? ਸੁਪਰੀਮ ਕੋਰਟ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਕਿਸਾਨੀ ਬਿੱਲਾਂ ਨੂੰ ਲੈ ਕੇ ਦੁਬਾਰਾ ਗੱਲ ਕਰਦੇ ਹਾਂ। ਕਿਸਾਨੀ ਬਿੱਲ ਆ ਗਏ ਸੀ, ਕਾਰਜਪਾਲਿਕਾ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਪ੍ਰੋਟੈਸਟ ਕੀਤਾ। ਤੁਸੀਂ ਦੇਖਿਆ ਹੋਣਾ ਕਿ ਸੁਪਰੀਮ ਕੋਰਟ ਵਾਰੀ-ਵਾਰੀ ਕੋਈ ਨਾ ਕੋਈ ਬਿਆਨ ਦੇ ਰਹੀ ਸੀ ਬਿੱਲਾਂ ਨੂੰ ਲੈ ਕੇ। ਜੇ ਉਸ ਦਿਨ ਸੁਪਰੀਮ ਕੋਰਟ ਚਾਹੁੰਦੀ ਕਿ ਭਾਈ ਕਿਸਾਨੀ ਬਿੱਲ ਲਾਗੂ ਨਹੀਂ ਹੋਣਗੇ, ਰੱਦ ਕਰੋ, ਇਹਨਾਂ ਨੂੰ ਕੈਂਸਲ ਕਰੋ, ਤਾਂ ਸੁਪਰੀਮ ਕੋਰਟ ਕੋਲੇ ਐਡੀ ਅਥਾਰਟੀ ਹੈ। ਵਿਧਾਨ ਪਾਲਿਕਾ ਵੱਲੋਂ ਬਣਾਏ ਗਏ ਕਾਨੂੰਨ ਨੂੰ ਤੇ ਕਾਰਜਪਾਲਿਕਾ ਵੱਲੋਂ ਲਾਗੂ ਕੀਤੇ ਗਏ ਕਾਨੂੰਨ ਨੂੰ ਰੱਦ ਤੱਕ ਕਰ ਸਕਦੀ ਹੈ ਸਾਡੇ ਦੇਸ਼ ਦੀ ਸੁਪਰੀਮ ਕੋਰਟ, ਜਿਹਨੂੰ ਅਸੀਂ ਕੀ ਕਹਿ ਦਿੰਦੇ ਆ ਕਿ ਸਾਡੇ ਦੇਸ਼ ਦੀ ਜੁਡੀਸ਼ਰੀ ਹੈ ਨਾ ਜਿਹੜੀ, ਇਹ ਇੰਡੀਪੈਂਡੈਂਟ ਹੈ। ਇਹ ਕੀ ਹੈ? ਅੱਗੇ ਜਾ ਕੇ ਪੜਾਂਗੇ, ਵਰੀ ਨਹੀਂ ਕਰਨੀ। ਇਹ ਕੀ ਹੈ? ਇੰਡੀਪੈਂਡੈਂਟ ਹੈ, ਸੁਤੰਤਰ ਹੈ, ਇਹ ਕਿਸੇ ਦੇ ਪ੍ਰਭਾਵ ਹੇਠ ਨਹੀਂ ਹੈਗੀ। ਜੇ ਸਾਡੇ ਦੇਸ਼ ਦੀ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਨੇ ਕੋਈ ਗੜਬੜੀ ਕੀਤੀ ਤਾਂ ਉਸ ਚੀਜ਼ ਨੂੰ ਕੰਟਰੋਲ ਸਾਡੇ ਦੇਸ਼ ਦੀ ਕੌਣ ਕਰੂਗੀ? ਨਿਆਂਪਾਲਿਕਾ। ਵਿਧਾਨ ਪਾਲਿਕਾ ਵੱਲੋਂ ਬਣਾਏ ਗਏ ਕਿਸੇ ਕਾਨੂੰਨ ਨੂੰ ਚੈਲੰਜ ਤੱਕ, ਰੱਦ ਤੱਕ ਕਰ ਸਕਦੀ ਹੈ ਸਾਡੇ ਦੇਸ਼ ਦੀ ਨਿਆਂਪਾਲਿਕਾ, ਜਿਹਦੇ ਸਿਖਰ ਤੇ ਕਿ ਸੁਪਰੀਮ ਕੋਰਟ ਹੈ, ਸਟੇਟ ਲੈਵਲ ਤੇ ਹਾਈ ਕੋਰਟ ਹੈ, ਜ਼ਿਲ੍ਹੇ ਪੱਧਰ ਤੇ ਜ਼ਿਲ੍ਹਾ ਅਦਾਲਤਾਂ ਨੇ। ਅੱਗੇ ਜਾ ਕੇ ਇਹਨੂੰ ਆਪਾਂ ਫਰਦਰ ਸਟੱਡੀ ਕਰਾਂਗੇ।
ਹੁਣ ਤੱਕ ਆਪਾਂ ਨੇ ਕੀ ਸਮਝਿਆ? ਹੁਣ ਤੱਕ ਆਪਾਂ ਨੇ ਕੇਂਦਰ ਲੈਵਲ ਤੇ 3 ਆਰਗਨਸ ਨੂੰ ਸਟੱਡੀ ਕੀਤਾ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਵਿਧਾਨਪਾਲਿਕਾ ਦਾ ਕੰਮ ਕਾਨੂੰਨ ਬਣਾਉਣਾ, ਕਾਰਜਪਾਲਿਕਾ ਦਾ ਕੰਮ ਕਾਨੂੰਨ ਲਾਗੂ ਕਰਨਾ, ਨਿਆਂਪਾਲਿਕਾ ਦਾ ਕੰਮ ਸਜ਼ਾ ਦੇਣਾ, ਵਾਚ ਆਊਟ ਕਰਨਾ ਕਿ ਕਾਨੂੰਨ ਸਹੀ ਬਣਿਆ ਕਿ ਨਹੀਂ ਬਣਿਆ। ਸਾਡੇ ਦੇਸ਼ ਦੀ ਵਿਧਾਨਪਾਲਿਕਾ ਬਾਡੀ ਦਾ ਨਾਮ ਕੀ ਹੈ? ਸੰਸਦ ਦਾ, ਪਾਰਲੀਮੈਂਟ ਹੈ। ਸੰਸਦ ਅਸੀਂ ਕਿੱਥੋਂ ਕਾਪੀ ਕੀਤਾ? ਇੰਗਲੈਂਡ ਤੋਂ। ਸੰਸਦ ਦੇ ਕਿੰਨੇ ਆਰਗਨ ਨੇ? 3, ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ। ਕੋਈ ਵੀ ਬਿੱਲ ਉਹਨਾਂ ਸਮਾਂ ਕਾਨੂੰਨ ਨਹੀਂ ਬਣ ਸਕਦਾ ਜਿੰਨਾ ਸਮਾਂ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਦੇ ਸਾਈਨ ਤੋਂ ਬਿਨਾ ਹੋਵੇ। ਫਿਰ ਇਸ ਤੋਂ ਬਾਅਦ ਦੂਜਾ ਕੰਮ ਸ਼ੁਰੂ ਹੁੰਦਾ ਕਾਰਜਪਾਲਿਕਾ ਦਾ। ਕਾਰਜਪਾਲਿਕਾ ਕਾਨੂੰਨ ਲਾਗੂ ਕਰ ਦਿੰਦੀ ਹੈ। ਮਿਨਿਸਟਰ ਬੈਠੇ ਨੇ ਜਿਹਦੇ ਡਿਪਾਰਟਮੈਂਟ ਦਾ ਕਾਨੂੰਨ ਆ ਉਹ ਚੱਕ ਕੇ ਕਾਨੂੰਨ ਲਾਗੂ ਕਰ ਦੂਗਾ। ਲਾਗੂ ਕਰਨ ਵੇਲੇ ਕਿਹਦੇ ਕੋਲੇ ਭੇਜੂਗਾ? ਦਫ਼ਤਰਾਂ 'ਚ ਹੀ ਭੇਜੂ, ਸਰਕਾਰੀ ਦਫ਼ਤਰਾਂ ਦੇ ਵਿੱਚ। ਤਾਂ ਉਹ ਚੀਜ਼ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਟੇਟ ਸਟਰਕਚਰ ਦੀ। ਇਹ ਸਾਡੇ 3 ਆਰਗਨ ਸੈਂਟਰ ਲੈਵਲ ਤੇ ਸੀਗੇ, ਕੇਂਦਰ ਲੈਵਲ ਤੇ ਸੀਗੇ। ਹੁਣ ਅਸੀਂ ਗੱਲ ਕਰਦੇ ਹਾਂ ਰਾਜ ਪੱਧਰ ਤੇ, ਸਟੇਟ ਲੈਵਲ ਤੇ। ਜਦੋਂ ਅਸੀਂ ਸਟੇਟ ਸਟਰਕਚਰ ਦੀ ਗੱਲ ਕਰਦੇ ਹਾਂ, ਸਟੇਟ ਲੈਵਲ ਤੇ ਵੀ ਤਿੰਨੋਂ ਹੀ ਚੀਜ਼ਾਂ ਨੇ। ਮੈਂ ਤੁਹਾਨੂੰ ਦੱਸਿਆ ਸੀ ਵੀ ਚੀਜ਼ਾਂ 3 ਹੀ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਚੀਜ਼ਾਂ 3 ਹੀ ਨੇ, ਲੈਵਲ 2 ਨੇ। ਇੱਕ ਕੇਂਦਰ ਲੈਵਲ ਹੈ, ਇੱਕ ਰਾਜ ਲੈਵਲ ਹੈ, ਇੱਕ ਸੈਂਟਰ ਲੈਵਲ ਹੈ, ਇੱਕ ਸਟੇਟ ਲੈਵਲ ਹੈ। ਹੁਣ ਜਦੋਂ ਅਸੀਂ ਸਟੇਟ ਲੈਵਲ ਤੇ ਵਿਧਾਨਪਾਲਿਕਾ ਦੀ ਗੱਲ ਕਰਦੇ ਹਾਂ, ਸਟੇਟ ਲੈਵਲ ਤੇ ਅਸੀਂ ਵਿਧਾਨਪਾਲਿਕਾ ਦੀ ਗੱਲ ਕਰਦੇ ਹਾਂ, ਸਟੇਟ ਲੈਵਲ ਤੇ ਅਸੀਂ ਕਾਰਜਪਾਲਿਕਾ ਦੀ ਗੱਲ ਕਰਦੇ ਹਾਂ ਤੇ ਸਟੇਟ ਲੈਵਲ ਤੇ ਅਸੀਂ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ। ਜਮਾ ਕੋਰਿਲੇਟ ਕਰਕੇ ਪੜਾਂਗੇ, ਜਮੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਸਾਡੇ ਦੇਸ਼ ਦੇ ਵਿੱਚ ਵਿਧਾਨਪਾਲਿਕਾ ਨੂੰ ਸੰਸਦ ਕਹਿੰਦੇ ਨੇ, ਪਰ ਸਾਡੇ ਸਟੇਟ ਦੀ ਵਿਧਾਨਪਾਲਿਕਾ ਨੂੰ ਕੀ ਕਹਿੰਦੇ ਨੇ? ਰਾਜ ਵਿਧਾਨ ਮੰਡਲ। ਕੀ ਕਹਿੰਦੇ ਆਪਾਂ? ਰਾਜ ਵਿਧਾਨ ਮੰਡਲ। ਕੀ ਕਹਿੰਦੇ ਆਪਾਂ? ਰਾਜ ਵਿਧਾਨ ਮੰਡਲ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬੋਲ ਦਿੰਦੇ ਆ ਸਟੇਟ ਲੈਜਿਸਲੇਚਰ। ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕੀ ਬੋਲ ਦਿੰਦੇ ਆ? ਸਟੇਟ ਲੈਜਿਸਲੇਚਰ। ਨਾਂ ਤਾਂ ਬਦਲਣਗੇ ਨਾ, ਫਿਰ ਕਨਫਿਊਜ਼ਨ ਨਹੀਂ ਹੋ ਜਾਊਗੀ। ਵਿਧਾਨਪਾਲਿਕਾ 2 ਪੱਧਰ ਤੇ ਆ, ਸੈਂਟਰ ਲੈਵਲ ਦੀ ਵਿਧਾਨਪਾਲਿਕਾ ਸੰਸਦ ਹੈ ਤੇ ਸਟੇਟ ਲੈਵਲ ਦੀ ਵਿਧਾਨਪਾਲਿਕਾ ਰਾਜ ਵਿਧਾਨ ਮੰਡਲ ਹੈ। ਸੰਸਦ ਦੇ ਵੀ 3 ਅੰਗ ਨੇ ਤੇ ਰਾਜ ਵਿਧਾਨ ਮੰਡਲ ਦੇ ਵੀ 3 ਅੰਗ ਨੇ। ਬੜਾ ਸੌਖਾ ਯਾਦ ਰੱਖਣਾ, ਕੰਪੈਰੀਜ਼ਨ ਕਰਾ ਕੇ ਪੜਾਉਂਗੀ। ਪੋਲੀਟੀਕਲ ਸਟਰਕਚਰ ਸਟੇਟ ਤੇ ਸੈਂਟਰ ਨੂੰ ਕੰਪੈਰੀਜ਼ਨ ਕਰਕੇ ਪੜਾਂਗੇ। ਜੇ ਸੈਂਟਰ ਸਮਝ ਗਏ, ਸਟੇਟ ਸਮਝ ਆ ਗਿਆ ਮਤਲਬ, ਠੀਕ ਹੈ। ਜਿਵੇਂ ਅਸੀਂ ਉੱਥੇ ਕਿਹਾ ਕਿ ਉਹਦੇ 3 ਆਰਗਨ ਨੇ, ਉਵੇਂ ਸਾਡੇ ਰਾਜ ਵਿਧਾਨ ਮੰਡਲ ਦੇ ਵੀ ਕਿੰਨੇ ਆਰਗਨ ਨੇ? 3 ਆਰਗਨ ਨੇ। ਕਿਹੜੇ ਕਿਹੜੇ? ਧਿਆਨ ਨਾਲ ਸੁਣਨਾ। ਉੱਥੇ ਲੋਕ ਸਭਾ ਸੀ, ਉਹਦੇ ਵਰਗਾ ਇੱਥੇ ਕੀ ਹੋਊਗਾ? ਵਿਧਾਨ ਸਭਾ। ਉੱਥੇ ਰਾਜ ਸਭਾ ਸੀ, ਉਹਦੇ ਵਰਗਾ ਇੱਥੇ ਕੀ ਹੋਊਗਾ? ਵਿਧਾਨ ਪ੍ਰੀਸ਼ਦ। ਉੱਥੇ ਰਾਸ਼ਟਰਪਤੀ ਸੀ ਤੇ ਸਟੇਟ ਦੇ ਵਿੱਚ ਕੌਣ ਹੁੰਦਾ ਹੈ? ਰਾਜਪਾਲ। ਕਿੰਨਾ ਸੁਣਿਆ ਤੁਸੀਂ ਰਾਜਪਾਲ ਦਾ ਨਾਮ? ਗਵਰਨਰ। ਠੀਕ ਹੈ ਜੀ। ਉੱਥੇ ਰਾਸ਼ਟਰਪਤੀ ਸੀ, ਇੱਥੇ ਕੀ ਹੈ? ਰਾਜਪਾਲ ਹੈ। ਅੰਗਰੇਜ਼ੀ ਚ ਨਾਂ ਜ਼ਰੂਰ ਦੇਖਣੇ ਨੇ। ਲੈਜਿਸਲੇਟਿਵ ਅਸੈਂਬਲੀ। ਵਿਧਾਨ ਸਭਾ ਨੂੰ ਅਸੀਂ ਕੀ ਕਹਿ ਦਿੰਨੇ ਆ? ਲੈਜਿਸਲੇਟਿਵ ਅਸੈਂਬਲੀ। ਵਿਧਾਨ ਪ੍ਰੀਸ਼ਦ ਨੂੰ ਅਸੀਂ ਕੀ ਕਹਿ ਦਿੰਨੇ ਆ? ਲੈਜਿਸਲੇਟਿਵ ਕਾਉਂਸਲ। ਵਿਧਾਨ ਪ੍ਰੀਸ਼ਦ ਨੂੰ ਅਸੀਂ ਕੀ ਕਹਿ ਦਿੰਨੇ ਆ? ਲੈਜਿਸਲੇਟਿਵ ਕਾਉਂਸਲ। ਤੇ ਰਾਜਪਾਲ ਨੂੰ ਅਸੀਂ ਕੀ ਕਹਿ ਦਿੰਨੇ ਆ? ਗਵਰਨਰ। ਕਿੱਡਾ ਸੌਖਾ ਹੋ ਗਿਆ। ਕੇਂਦਰ ਲੈਵਲ ਤੇ ਵਿਧਾਨਪਾਲਿਕਾ ਦੇ ਵੀ 3 ਅੰਗ ਨੇ, ਰਾਜ ਲੈਵਲ ਤੇ ਵਿਧਾਨਪਾਲਿਕਾ ਦੇ ਵੀ 3 ਅੰਗ ਨੇ। ਕੇਂਦਰ ਲੈਵਲ ਦੀ ਵਿਧਾਨਪਾਲਿਕਾ ਪਾਰਲੀਮੈਂਟ ਹੈ, ਰਾਜ ਲੈਵਲ ਦੀ ਵਿਧਾਨਪਾਲਿਕਾ ਰਾਜ ਵਿਧਾਨ ਮੰਡਲ ਹੈ। ਕੇਂਦਰ ਲੈਵਲ ਤੇ ਉੱਪਰਲਾ ਸਦਨ ਕਿਹੜਾ ਹੈ? ਰਾਜ ਸਭਾ। ਸਟੇਟ ਲੈਵਲ ਤੇ ਉੱਪਰਲਾ ਸਦਨ ਕਿਹੜਾ ਹੈਗਾ? ਵਿਧਾਨ ਪ੍ਰੀਸ਼ਦ। ਕੇਂਦਰ ਲੈਵਲ ਤੇ ਹੇਠਲਾ ਸਦਨ ਕਿਹੜਾ? ਲੋਕ ਸਭਾ। ਤੇ ਸਟੇਟ ਲੈਵਲ ਤੇ ਹੇਠਲਾ ਸਦਨ ਕਿਹੜਾ ਹੈ? ਵਿਧਾਨ ਸਭਾ। ਹੁਣ ਇੱਥੇ ਇੱਕ ਹੋਰ ਇੰਟਰਸਟਿੰਗ ਗੱਲ ਦੱਸਦੀ ਆ। ਵਿਧਾਨ ਸਭਾ ਬਿਲਕੁਲ ਮਿਲਦਾ ਜੁਲਦਾ ਹੈ ਕਿਹਦੇ ਨਾਲ? ਲੋਕ ਸਭਾ ਦੇ ਨਾਲ, ਬਸ ਲੈਵਲ ਦਾ ਫਰਕ ਹੈ। ਕੁਝ ਕੁ ਬਰੀਕੀਆਂ ਨੇ ਜਿਹੜੀਆਂ ਅੱਗੇ ਜਾ ਕੇ ਹੋਰ ਡਿਟੇਲ ਚ ਪੜਾਂਗੇ ਕਿ ਇਹਨਾਂ ਚ ਕੀ ਫਰਕ ਨੇ। ਇੱਕ ਲੈਵਲ ਦਾ ਜ਼ਰੂਰ ਫਰਕ ਹੈ। ਲੋਕ ਸਭਾ ਸੈਂਟਰ ਲੈਵਲ ਤੇ ਹੈ ਤੇ ਵਿਧਾਨ ਸਭਾ ਸਟੇਟ ਲੈਵਲ ਤੇ ਹੈ। ਹੁਣ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਿਆ ਸੀ, ਜੇ ਤੁਹਾਡੇ ਯਾਦ ਹੋਵੇ ਤਾਂ, ਸਾਡੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਲੋਕ ਸਭਾ। ਹੁਣੇ ਪੜ੍ਹ ਕੇ ਆਏ ਆਪਾਂ ਕਿ ਸਾਡੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਲੋਕ ਸਭਾ। ਤੇ ਸਾਡੇ ਦੇਸ਼ ਦੇ ਵਿੱਚ ਰਾਜ ਸਰਕਾਰ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਵਿਧਾਨ ਸਭਾ। ਸਾਡੇ ਸਟੇਟ ਦੇ ਵਿੱਚ ਰਾਜ ਸਰਕਾਰ ਕਿੱਥੇ ਜਿੱਤੀ ਹੋਈ ਪਾਰਟੀ ਦੀ ਬਣਦੀ ਹੈ? ਵਿਧਾਨ ਸਭਾ। ਕੰਪੈਰੀਜ਼ਨ ਕਰਨਾ ਸੌਖਾ ਹੋ ਗਿਆ। ਲੋਕ ਸਭਾ ਸੈਂਟਰ ਦਾ ਹੇਠਲਾ ਸਦਨ ਹੈ, ਸਟੇਟ ਦਾ ਹੇਠਲਾ ਸਦਨ ਵਿਧਾਨ ਸਭਾ। ਸੈਂਟਰ ਲੈਵਲ ਤੇ ਸਰਕਾਰ ਲੋਕ ਸਭਾ ਚ ਜਿੱਤੀ ਹੋਈ ਪਾਰਟੀ ਬਣਾਊਗੀ ਤੇ ਸਟੇਟ ਲੈਵਲ ਤੇ ਸਰਕਾਰ ਵਿਧਾਨ ਸਭਾ ਚ ਜਿੱਤੀ ਹੋਈ ਪਾਰਟੀ ਬਣਾਊਗੀ। ਉਦਾਹਰਨ ਲਈਏ, ਐਗਜ਼ਾਮਪਲ ਲਈਏ। ਹੁਣ ਸਾਡੇ ਸਟੇਟ ਦੇ ਵਿੱਚ ਅੱਛਾ, ਸੈਂਟਰ ਦੇ ਵਿੱਚ ਅਸੀਂ ਦੇਖਿਆ ਲੋਕ ਸਭਾ ਦੀਆਂ 543 ਸੀਟਾਂ ਨੇ। ਸਟੇਟ ਦੇ ਵਿੱਚ ਵਿਧਾਨ ਸਭਾ ਦੀਆਂ ਅੱਡ-ਅੱਡ ਸੀਟਾਂ ਹੋਣਗੀਆਂ, ਪਾਪੂਲੇਸ਼ਨ ਤੇ ਡਿਪੈਂਡ ਕਰਦਾ। ਅੱਗੇ ਜਾ ਕੇ ਹੋਰ ਡਿਟੇਲ ਚ ਪੜਾਂਗੇ। ਪੰਜਾਬ ਦੀ ਉਦਾਹਰਨ ਲੈ ਕੇ ਚੱਲਦੇ ਹਾਂ। ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਨੇ? 117।
ਹੁਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕਿੱਥੇ ਜਿੱਤੀ ਹੋਈ ਪਾਰਟੀ ਦੀ ਸਰਕਾਰ ਬਣੀ ਹੈ? ਵਿਧਾਨ ਸਭਾ। ਕਿੰਨੇ ਹਲਕਿਆਂ ਦੇ ਉੱਪਰ ਵੋਟਾਂ ਪਈਆਂ? 117, ਜਿਹਦੇ ਵਿੱਚੋਂ 92 ਪਲੱਸ ਸੀਟਾਂ ਕੌਣ ਲੈ ਗਿਆ? ਆਮ ਆਦਮੀ ਪਾਰਟੀ। ਜਿਹੜੀਆਂ ਸੀਟਾਂ ਜਿਹੜੀ ਪਾਰਟੀ ਜ਼ਿਆਦਾ ਲਏਗੀ ਉਹੀ ਪਾਰਟੀ ਦੀ ਕੀ ਬਣ ਜੂਗੀ? ਸਰਕਾਰ ਬਣ ਜੂਗੀ। ਹੁਣ ਜਿਵੇਂ ਅਸੀਂ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਵਿਧਾਨ ਸਭਾ ਕਿਹਦੇ ਨਾਲ ਮਿਲਦੀ ਜੁਲਦੀ ਹੈ? ਲੋਕ ਸਭਾ, ਕਿਉਂਕਿ ਲੋਕ ਸਭਾ ਸੈਂਟਰ ਲੈਵਲ ਤੇ ਸਰਕਾਰ ਬਣਾਉਂਦੀ ਹੈ ਤੇ ਵਿਧਾਨ ਸਭਾ ਸਟੇਟ ਲੈਵਲ ਤੇ ਸਰਕਾਰ ਬਣਾਉਂਦੀ ਹੈ, ਰਾਜ ਪੱਧਰ ਤੇ ਸਰਕਾਰ ਬਣਾਉਂਦੀ ਹੈ। ਇਹਨਾਂ ਪੁਆਇੰਟ ਕਲੀਅਰ ਹੋਇਆ। ਉਸ ਤੋਂ ਬਾਅਦ ਵਿਧਾਨ ਪ੍ਰੀਸ਼ਦ ਹੈ। ਇੱਥੇ ਥੋੜਾ ਜਿਹਾ ਰੌਲਾ ਕੁਛ ਨਹੀਂ, ਰਾਜ ਸਭਾ ਤੇ ਵਿਧਾਨ ਪ੍ਰੀਸ਼ਦ ਇੱਕੋ ਜਿਹੀਆਂ ਨੇ, ਪਰ ਰਾਜ ਸਭਾ ਦਾ ਹੋਣਾ ਬਹੁਤ ਜ਼ਰੂਰੀ ਹੈ। ਰਾਜ ਸਭਾ ਆਏ ਨਹੀਂ ਕਦੇ ਹੋ ਸਕਦਾ ਵੀ ਰਾਜ ਸਭਾ ਨਾ ਹੋਵੇ। ਵਿਧਾਨ ਪ੍ਰੀਸ਼ਦ ਦਾ ਹੋਣਾ ਜਾਂ ਨਾ ਹੋਣਾ ਇਹ ਟੋਟਲੀ ਡਿਪੈਂਡ ਕਰਦਾ ਹੈ। ਕਈ ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਹੈ ਤੇ ਕਈ ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈ। ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਵਿਧਾਨ ਪ੍ਰੀਸ਼ਦ ਨਹੀਂ ਹੈ। ਪ੍ਰੈਜ਼ੈਂਟ ਸਾਡੇ ਭਾਰਤ ਦੇ ਵਿੱਚ 6 ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦਾਂ ਨੇ। ਅੱਗੇ ਜਾ ਕੇ ਕਨਸੈਪਟ ਡਿਟੇਲ 'ਚ ਡਿਸਕਸ ਕਰਾਂਗੇ। ਫਿਰ ਇਸ ਤੋਂ ਬਾਅਦ ਜਿਵੇਂ ਉੱਥੇ ਰਾਸ਼ਟਰਪਤੀ ਬੈਠਾ, ਇੱਥੇ ਕੌਣ ਬੈਠਾ ਹੈ? ਨਾ ਮਾਤਰ ਦਾ ਮੁਖੀਆ ਰਾਜਪਾਲ ਬੈਠਾ ਹੈ। ਕੇਂਦਰ ਲੈਵਲ ਤੇ ਨਾ ਮਾਤਰ ਦਾ ਮੁਖੀਆ ਰਾਸ਼ਟਰਪਤੀ ਹੈ, ਕੇਂਦਰ ਲੈਵਲ ਤੇ ਅਸਲੀ ਮੁਖੀਆ ਪ੍ਰਧਾਨ ਮੰਤਰੀ ਹੈ। ਸਟੇਟ ਲੈਵਲ ਤੇ ਜਿਹੜਾ ਅਸਲੀ ਮੁਖੀ ਹੈ ਮੁੱਖ ਮੰਤਰੀ ਹੈ ਤੇ ਜਿਹੜਾ ਨਾ ਮਾਤਰ ਦਾ ਮੁਖੀਆ ਕੌਣ ਹੈ? ਰਾਜਪਾਲ। ਪੜਾਂਗੇ ਅੱਗੇ ਜਾ ਕੇ ਡਿਟੇਲ 'ਚ ਪੜਾਂਗੇ। ਇਹੀ ਪੋਲਿਟੀ ਹੈ, ਇਹੀ ਕੁਝ ਪੜਨਾ ਆਪਾਂ ਨੇ। ਹੁਣ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਸਾਡੇ ਸਟੇਟ ਲੈਵਲ ਤੇ ਵਿਧਾਨ ਪਾਲਿਕਾ ਕਾਨੂੰਨ ਬਣਾਉਣ ਦਾ ਕੰਮ ਕਿਵੇਂ ਕਰਦੀ ਹੈ। ਇੱਥੇ ਵੀ ਸੇਮ ਚੀਜ਼ ਹੈ। ਕੀ ਰੱਖਿਆ ਜਾਊਗਾ? ਬਿੱਲ ਰੱਖਿਆ ਜਾਊਗਾ। ਬਿੱਲ ਵਿਧਾਨ ਸਭਾ ਚੋਂ ਪਾਸ ਹੋਣਾ ਜ਼ਰੂਰੀ ਹੈ। ਜੇ ਵਿਧਾਨ ਪ੍ਰੀਸ਼ਦ ਹੈਗੀ ਹੈ ਬਿੱਲ ਉੱਥੋਂ ਪਾਸ ਹੋਣਾ ਜ਼ਰੂਰੀ ਹੈ। ਰਾਜਪਾਲ ਦੇ ਸਾਈਨ ਹੋਣੇ ਜ਼ਰੂਰੀ ਨੇ। ਫਿਰ ਹੀ ਸਾਡੇ ਸਟੇਟ ਦੇ ਵਿੱਚ ਜਾ ਕੇ ਇੱਕ ਬਿੱਲ ਹੈ ਜਿਹੜਾ ਉਹ ਕੀ ਬਣ ਪਾਉਂਦਾ ਹੈ? ਕਾਨੂੰਨ ਬਣ ਪਾਉਂਦਾ ਹੈਗਾ। ਉਸ ਤੋਂ ਬਾਅਦ ਫਿਰ ਅਗਲਾ ਕੰਮ ਕਿਹਦਾ? ਕਾਰਜਪਾਲਿਕਾ ਦਾ। ਦੂਜੇ ਪੇਜ ਤੇ ਚੱਲਦੇ ਹਾਂ। ਅਗਲਾ ਕੰਮ ਕਿਹਦਾ? ਸਟੇਟ ਲੈਵਲ ਤੇ ਕਾਰਜਪਾਲਿਕਾ ਦਾ, ਐਗਜ਼ੀਕਿਊਟਿਵ ਦਾ। ਕਾਰਜਪਾਲਿਕਾ ਦੇ ਵਿੱਚ ਇੱਥੇ ਵੀ ਦੋ ਕਿਸਮ ਦੇ ਬੰਦੇ ਬੈਠੇ ਨੇ। ਕਿਹੜੇ ਬੰਦੇ ਬੈਠੇ ਨੇ? ਕੈਬਨਿਟ ਮੰਤਰੀ ਬੈਠੇ ਨੇ ਤੇ ਨਾਲ ਕੀ ਬੈਠੇ ਨੇ? ਗਵਰਨਮੈਂਟ ਆਫੀਸ਼ੀਅਲਸ ਬੈਠੇ ਨੇ। ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ, ਜੇ ਸਾਡੇ ਦੇਸ਼ ਦਾ ਖੇਤੀਬਾੜੀ ਮੰਤਰੀ ਹੈ ਤਾਂ ਸਾਡੀ ਸਟੇਟ ਦਾ ਵੀ ਤਾਂ ਇੱਕ ਐਗਰੀਕਲਚਰ ਮਿਨਿਸਟਰ ਹੁੰਦਾ। ਜੇ ਸਾਡੇ ਦੇਸ਼ ਦਾ ਐਜੂਕੇਸ਼ਨ ਮਿਨਿਸਟਰ ਹੈ ਤਾਂ ਸਾਡੇ ਸਟੇਟ ਦਾ ਵੀ ਇੱਕ ਐਜੂਕੇਸ਼ਨ ਮਿਨਿਸਟਰ ਹੁੰਦਾ। ਮਿਨਿਸਟਰੀ ਵੀ 2 ਲੈਵਲ ਤੇ ਹੈ। ਜੇ ਸਰਕਾਰਾਂ 2 ਲੈਵਲ ਤੇ ਹੈ ਤਾਂ ਫਿਰ ਮੰਤਰੀ ਵੀ 2 ਲੈਵਲ ਤੇ ਹੋਣਗੇ। ਤਾਂ ਜਿਹੜੇ ਸਾਡੇ ਸਟੇਟ ਦੀ ਕਾਰਜਪਾਲਿਕਾ ਦਾ ਸਟੇਟ ਦੇ ਵਿੱਚ ਕਾਨੂੰਨ ਲਾਗੂ ਕਰਨ ਦਾ ਕੰਮ ਕਰਦੀ ਹੈ, ਸਟੇਟ ਦੇ ਵਿੱਚ ਕਾਨੂੰਨ ਲਾਗੂ ਕਰਨ ਦਾ ਕੰਮ ਕਰਦੀ ਹੈ, ਉਹ ਸਾਡੇ ਕੌਣ ਕਰੂਗਾ? ਕੈਬਨਿਟ ਪਲੱਸ ਗਵਰਨਮੈਂਟ ਆਫੀਸ਼ੀਅਲਸ ਮਿਲ ਕੇ ਕਰਨਗੇ। ਠੀਕ ਹੈ ਜੀ। ਇੱਥੇ ਗਵਰਨਮੈਂਟ ਆਫੀਸ਼ੀਅਲਸ ਕਿਹੜੇ ਆਫੀਸਰਸ ਹੋਣਗੇ? ਪੀਸੀਐਸ ਆਫੀਸਰਸ ਨਹੀਂ ਹੁੰਦੇ। ਪੰਜਾਬ ਸਬ ਪੀਪੀਐਸਸੀ ਆਪਣਾ ਬੋਰਡ ਹੈ। ਪੀਸੀਐਸ ਜਿਹੜੇ ਬੰਦੇ ਬਣਦੇ ਨੇ, ਤਹਿਸੀਲਦਾਰ ਬਣ ਗਿਆ ਬੰਦਾ, ਐਸਐਸਪੀ ਡੀਐਸਪੀ ਬਣ ਗਿਆ ਬੰਦਾ, ਉਹੀ ਗਵਰਨਮੈਂਟ ਆਫੀਸ਼ੀਅਲਸ ਨੇ। ਹਾਈ ਸਕੇਲ ਤੋਂ ਸਟਾਰਟ ਹੁੰਦਾ, ਫਿਰ ਲੋਅਰ ਸਕੇਲ ਤੱਕ ਚਲੇ ਜਾਂਦੇ ਨੇ। ਠੀਕ ਹੈ ਜੀ। ਤੋਂ ਇਸ ਤੋਂ ਬਾਅਦ ਫਿਰ ਸਾਡੇ ਸਟੇਟ ਦੇ ਵਿੱਚ ਤੀਜਾ ਆਰਗਨ ਕਿਹੜਾ ਹੋ ਗਿਆ? ਨਿਆਂਪਾਲਿਕਾ। ਸਾਡੇ ਸੈਂਟਰ ਦੇ ਵਿੱਚ ਨਿਆਂਪਾਲਿਕਾ ਦੇ ਸਿਖਰ ਤੇ ਸੁਪਰੀਮ ਕੋਰਟ ਸੀ। ਸਾਡੇ ਸਟੇਟ ਦੇ ਵਿੱਚ ਨਿਆਂਪਾਲਿਕਾ ਦੇ ਸਿਖਰ ਤੇ ਕੀ ਹੈ? ਹਾਈ ਕੋਰਟ ਹੈ। ਹੁਣ ਹਾਈ ਕੋਰਟ ਦਾ ਕੀ ਕੰਮ ਹੈ? ਜੇ ਸਾਡੇ ਦੇਸ਼ ਦੀ, ਸਾਡੇ ਸਟੇਟ ਦੀ ਜੇ ਸਾਡੇ ਸਟੇਟ ਦੀ ਵਿਧਾਨ ਪਾਲਿਕਾ ਕੋਈ ਗੜਬੜੀ ਕਰ ਗਈ ਤਾਂ ਫਿਰ ਉਹਦੇ ਤੇ ਨਿਗਾਹ ਕੌਣ ਰੱਖੂਗਾ? ਹਾਈ ਕੋਰਟ। ਕਿ ਭਾਈ ਇਹ ਕਾਨੂੰਨ ਬਣਾਇਆ ਕਿਉਂ? ਇਹ ਕਾਨੂੰਨ ਰੱਦ ਕੀਤਾ ਜਾਵੇ, ਇਹ ਸੰਵਿਧਾਨ ਅਨੁਸਾਰ ਨਹੀਂ ਹੈਗਾ। ਤਾਂ ਇਹ 3 ਚੀਜ਼ਾਂ ਦੋਵੇਂ ਲੈਵਲ ਤੇ ਅੰਡਰਸਟੈਂਡ ਕਰਨੀਆਂ ਜ਼ਰੂਰੀ ਸੀ। ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਨੇ ਕੀ ਸਿੱਖਿਆ? ਆਪਾਂ ਨੇ ਸਿੱਖਿਆ ਕਿ ਸਾਡੇ ਦੇਸ਼ ਦਾ ਪੋਲੀਟੀਕਲ ਸਟਰਕਚਰ ਕਿਵੇਂ ਕੰਮ ਕਰਦਾ ਹੈ। ਪੂਰੀ ਦੁਨੀਆ ਦਾ ਸਟਰਕਚਰ 2 ਤਰੀਕੇ ਨਾਲ ਕੰਮ ਕਰਦਾ ਹੈ। ਇਕਾਤਮਕ ਕੰਮ ਕਰਦਾ ਹੈ ਤੇ ਸੰਘੀ ਢਾਂਚਾ ਕੰਮ ਕਰਦਾ ਹੈ। ਇਕਾਤਮਕ ਦਾ ਭਾਵ ਹੈ ਪਾਵਰ ਸਿਰਫ ਤੇ ਸਿਰਫ ਕੇਂਦਰ ਕੋਲੇ ਹੈ। ਸੰਘੀ ਢਾਂਚੇ ਦਾ ਭਾਵ ਹੈ ਪਾਵਰ 2 ਜਗ੍ਹਾ ਤੇ ਵੰਡੀ ਗਈ ਹੈ, ਕੇਂਦਰ ਤੇ ਰਾਜਾਂ ਦੇ ਕੋਲੇ, ਪਰ ਇੱਕੋ ਜੀ ਵੰਡੀ ਗਈ ਹੈ। ਫਿਰ ਭਾਰਤ ਦੇ ਵਿੱਚ ਕਿਹੜਾ ਸਟਰਕਚਰ ਹੈ? ਭਾਰਤ ਦੇ ਵਿੱਚ ਫੈਡਰਲ ਤਾਂ ਹੈ ਨਹੀਂ, ਕਿਉਂਕਿ ਫੈਡਰਲ ਦਾ ਮਤਲਬ ਤਾਂ ਫਿਰ ਸਾਡੇ ਪੰਜਾਬ, ਹਰਿਆਣਾ ਸਟੇਟਸ ਕੋਲੇ ਵੀ ਸੇਮ ਪਾਵਰ ਹੋਣੀ ਸੀ। ਭਾਰਤ ਦੇ ਵਿੱਚ ਕਿਹੜਾ ਸਟਰਕਚਰ ਹੈ? ਭਾਰਤ ਦੇ ਵਿੱਚ ਕੁਆਜ਼ੀ ਫੈਡਰਲ ਹੈ, ਅਰਧ ਸੰਘੀ ਆ। ਟੇਸਟ ਮਿਲਦਾ ਸਾਨੂੰ ਫੈਡਰਲ ਦਾ। ਅਰਧ ਸੰਘੀ ਦਾ ਮਤਲਬ ਕੀ ਹੋ ਗਿਆ? ਅਰਧ ਸੰਘੀ ਦਾ ਮਤਲਬ ਹੈ ਪਾਵਰ ਨੂੰ 2 ਜਗ੍ਹਾ ਤੇ ਵੰਡਤਾ ਪਰ ਫਿਰ ਵੀ ਕੇਂਦਰ ਪਾਵਰਫੁਲ ਹੈ। ਸਟੇਟ ਦੇ ਕੰਪੈਰੀਟਿਵਲੀ ਸਾਡੇ ਦੇਸ਼ ਦੇ ਵਿੱਚ ਸੈਂਟਰ ਜ਼ਿਆਦਾ ਪਾਵਰਫੁਲ ਹੈ। ਸਾਡੇ ਦੇਸ਼ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਸਟਰਕਚਰ ਪੜਿਆ, ਸਰਕਾਰਾਂ ਦਾ ਸਟਰਕਚਰ ਪੜਿਆ। 3 ਆਰਗਨ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਲੈਵਲ 2 ਨੇ, ਇੱਕ ਕੇਂਦਰ ਲੈਵਲ ਤੇ ਇੱਕ ਸਟੇਟ ਲੈਵਲ ਤੇ। ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ, ਤਿੰਨਾਂ ਦੇ ਅੱਡ-ਅੱਡ ਕੰਮ ਨੇ। ਕਾਨੂੰਨ ਬਣਾਉਣਾ ਵਿਧਾਨ ਪਾਲਿਕਾ, ਕਾਨੂੰਨ ਲਾਗੂ ਕਰਨਾ ਕਾਰਜਪਾਲਿਕਾ ਤੇ ਸਜ਼ਾ ਦੇਣਾ ਨਿਆਂਪਾਲਿਕਾ। ਕੇਂਦਰ ਲੈਵਲ ਦੀ ਵਿਧਾਨ ਪਾਲਿਕਾ ਸੰਸਦ ਹੈ। ਸੰਸਦ ਦੇ 3 ਅੰਗ ਨੇ, ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ। ਕੇਂਦਰ ਲੈਵਲ ਦੇ ਉੱਪਰ ਕਾਰਜਪਾਲਿਕਾ, ਕੈਬਨਿਟ ਮੰਤਰੀ ਅਤੇ ਪਲੱਸ ਨਾਲ ਕੀ ਨੇ? ਗਵਰਨਮੈਂਟ ਆਫੀਸ਼ੀਅਲ ਨੇ। ਕੇਂਦਰ ਲੈਵਲ ਦੀ ਜੁਡੀਸ਼ਰੀ ਸੁਪਰੀਮ ਕੋਰਟ। ਸਟੇਟ ਲੈਵਲ ਤੇ ਸਟੇਟ ਲੈਜਿਸਲੇਚਰ ਹੈ। 3 ਆਰਗਨ ਨੇ, ਵਿਧਾਨ ਸਭਾ, ਵਿਧਾਨ ਪ੍ਰੀਸ਼ਦ ਤੇ ਤੀਜਾ ਰਾਜਪਾਲ। ਬਸ ਫਿਰ ਸਿੱਖ ਗਏ ਤੁਸੀਂ। ਹੁਣ ਮੈਨੂੰ ਦੱਸੋ ਵੀ ਸਵਾਦ ਆਇਆ? ਇਹ ਪੋਲੀਟੀਕਲ ਸਟਰਕਚਰ ਹੈ। ਐਡਾ ਇੰਟਰਸਟਿੰਗ ਸਬਜੈਕਟ ਹੈ ਨਾ, ਮਤਲਬ ਤੁਹਾਨੂੰ ਪੇਪਰ ਦੇ ਵਿੱਚ ਐਂ ਝਾਕਣ ਦੀ ਲੋੜ ਵੀ ਨਹੀਂ ਪੈਣੀ ਵੀ ਜੀ ਆ ਕਿਵੇਂ ਜੇ ਕਰੀਏ ਜਾਂ ਕੀ ਕਰੀਏ।
ਮਤਲਬ ਤੁਹਾਨੂੰ ਮੈਂ ਇੰਨਾ ਕੁ ਬਣਾ ਕੇ ਤੋਰ ਦੂੰਗੀ, ਇੱਥੋਂ ਵਰੀ ਨਹੀਂ ਕਰਨੀ। ਹਾਂਜੀ ਆ ਗਿਆ ਸਵਾਦ? ठीक है, एंड करिए फिर क्लास। ठीक है जी, वेरी गुड बच्चा, वेरी गुड। बस पढ़ना, ठीक है, पढ़ना तुसी, मतलब ਇਹ ਨਾ ਹੋਵੇ ਵੀ ਸਾਡਾ ਮੇਰਾ ਕੱਲੀ ਦੇ ਧੂਆਂ ਕੱਢ ਦੋ, ਇੱਥੇ ਜ਼ੋਰ ਲੱਗਿਆ ਪਿਆ ਹੋਵੇ ਤੇ ਤੁਸੀਂ ਪੜ੍ਹ ਨਹੀਂ ਰਹੇ। ਇੰਨਾ ਵਧੀਆ ਪੜਾਉਂਗੀ, ਇੰਨੀਆਂ ਚੀਜ਼ਾਂ ਦਿਮਾਗ ਦੇ ਵਿੱਚ ਪਾ ਕੇ ਤੋਰੂੰਗੀ, ਨਾਲ ਨਾਲ ਤਿਆਰੀ ਕਰਨੀ ਹੈ, ਨਾਲ ਨਾਲ ਪੜ੍ਹਨਾ, ਆਬਜੈਕਟਿਵ ਸ਼ੀਟਾਂ ਨਾਲ ਦੀ ਨਾਲ ਸੋਲਵ ਕਰਨੀਆਂ ਨੇ। ਠੀਕ ਹੈ, ਤਾਂ ਫਿਰ ਮਿਲਦੇ ਹਾਂ ਕੱਲ ਨੂੰ। ਸਤਿ ਸ਼੍ਰੀ ਅਕਾਲ।